ਇਸ ਸਾਰੇ ਇੰਡੀਆ ਦੇ ਇੱਕ ਵਿਆਪਕ ਖਿੱਤੇ ਦੇ ਵਿੱਚ ਹਿੰਸਾ ਦਾ ਨਿਸ਼ਾਨਾ ਬਣਾਏ ਗਏ। ਉਹਨਾਂ ਦੀ ਮੁੱਢਲਾ ਕਾਰਨ ਜਿਹੜਾ ਸੀਗਾ ਜਿਹਦੇ ਕਰਕੇ ਉਹਨਾਂ ਦੇ ਉੱਪਰ ਹਮਲਾ ਹੋਇਆ, ਉਹ ਉਹਨਾਂ ਦਾ ਗੁਰੂ ਪਾਤਸ਼ਾਹ ਦੇ ਵਿੱਚ ਅਕੀਦਾ ਤੇ ਬਤੌਰ ਸਿੱਖ ਉਹਨਾਂ ਦੀ ਪਛਾਣ। ਤੇ ਉਸ ਭਿਆਨਕ ਕਤਲੇਆਮ ਦੇ ਵਿੱਚੋਂ ਸਭ ਤੋਂ ਵੱਧ ਜਾਨੀ ਨੁਕਸਾਨ ਉਸੇ ਪਰਿਵਾਰ ਦਾ ਹੀ ਹੋਇਆ ਸੀਗਾ। ਉਹਦੇ ਵਿੱਚ ਸਿਰਫ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਸੀਗੀਆਂ ਉਹੀ ਪਿੱਛੇ ਬਚ ਗਈਆਂ ਸੀ। ਉਸ ਤੋਂ ਇਲਾਵਾ ਸਾਰੇ ਘਰ ਦੇ ਜਿੰਨੇ ਵੀ ਮਰਦ ਜੀ ਸੀਗੇ ਉਹ ਸਾਰੇ ਕਤਲ ਕਰ ਦਿੱਤੇ ਗਏ। ਉਹਨਾਂ ਦੀ ਮਾਤਾ ਸੀ ਉਹ ਵੀ ਕਤਲ ਕਰ ਦਿੱਤੀ ਗਈ। ਉਹਨੇ ਕੇਸ ਕਤਲ ਕੀਤੇ ਹੋਏ ਸੀ ਪਰ ਕੜਾ ਪਾਇਆ ਹੋਇਆ ਸੀਗਾ, ਤਾਂ ਉਹਨਾਂ ਦੇ ਉੱਪਰ ਵੀ ਹਮਲਾ ਉਸ ਸਮੇਂ ਦੇ ਦੌਰਾਨ ਕੀਤਾ ਗਿਆ। ਨਵੰਬਰ 1984 ਦਾ ਵੀ ਪੈਟਰਨ ਜਿੰਨਾ ਰਿਹਾ ਉਹ ਇਹ ਰਿਹਾ ਕਿ ਜੂਨ ਤੋਂ ਵੀ ਜ਼ਿਆਦਾ ਹਮਲੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਹੋਏ ਉਹ ਨਵੰਬਰ 1984 ਦੇ ਵਿੱਚ ਹੋਏ। ਜਦੋਂ ਕਿਸੇ ਸਮਾਜ ਦੇ ਉੱਪਰ ਹਮਲਾ ਕੀਤਾ ਜਾਂਦਾ ਉਹਦਾ ਮਨੋਵਿਗਿਆਨਕ ਪੱਖ ਇਹ ਹੁੰਦਾ ਹੈ ਕਿ ਜਿਹੜੇ ਇਹਨਾਂ ਦੇ ਚੜ੍ਹਦੀ ਕਲਾ ਦੇ ਸੋਮੇ ਹੈਗੇ ਆ ਉਹਨਾਂ ਨੂੰ ਸੁਕਾ ਦਿੱਤਾ ਜਾਵੇ। ਕਦੀ ਵੀ ਅਜੇ ਤੱਕ ਵੀ ਮੇਰੇ ਮਨ ਦੇ ਵਿੱਚ ਇਹ ਮਲਾਲ ਹੈ। ਅਸੀਂ ਮਰਦੇ ਹੋਏ ਆਪਣੇ ਭਰਾ ਦੇ, ਜਿੰਨੇ ਸਾਡੇ ਮਾਂ ਪਿਓ ਨੂੰ ਬਚਾਉਣ ਦੇ ਵਾਸਤੇ ਇੰਨਾ ਲੰਬਾ ਸਮਾਂ ਉਹਨਾਂ ਦੇ ਨਾਲ ਲੜਾਈ ਕੀਤੀ, ਉਮਰ ਛੋਟੀ ਹੋਣ ਦੇ ਬਾਵਜੂਦ ਉਹਦੇ ਮਰਦੇ ਦੇ ਮੂੰਹ ਦੇ ਵਿੱਚ ਇੱਕ ਪਾਣੀ ਦੀਆਂ ਬੂੰਦਾਂ ਵੀ ਨਹੀਂ ਪਾ ਸਕੀ। ਜਿਹਦੀ ਬਰਗਾੜੀ ਦੇ ਵਿੱਚ ਮੁੜ ਕੇ ਬੇਅਦਬੀ ਕੀਤੀ ਗਈ, ਉਸ ਰੂਪ ਚੋਰੀ ਕਰਨ ਵਾਲੇ ਨੂੰ ਵੀ ਗੁਰੂ ਕੇ ਸਿੰਘਾਂ ਨੇ ਸੋਧਿਆ। ਆ ਹੁਣ ਦੀਆਂ ਹੀ ਗੱਲਾਂ ਨੇ, ਹੋ ਸਕਦਾ ਆਪਣੇ ਵਿੱਚੋਂ ਕੁਝ ਜਾਣਦੇ ਹੋਣ, ਬਾਕੀਆਂ ਨੂੰ ਇਸ ਗੱਲ ਦਾ ਪਤਾ ਵੀ ਨਾ ਹੋਵੇ ਕਿ ਜਿੱਥੇ ਤੁਹਾਨੂੰ ਦੁਸ਼ਮਣ ਲਿਜਾ ਕੇ ਖੜਾ ਕਰਨਾ ਚਾਹੁੰਦਾ ਹੋਵੇ ਉਹ ਉਸੇ ਥਾਂ ਤੇ ਵਧੀਆ ਖੜਾ ਕਰਨਾ ਚਾਹੁੰਦਾ ਹੁੰਦਾ ਜਿੱਥੇ ਤੁਹਾਡੇ ਉੱਪਰ ਭਰਪੂਰ ਰੂਪ ਦੇ ਵਿੱਚ ਵਾਰ ਜਿਹੜਾ ਆ ਉਹ ਇਫੈਕਟਿਵ ਤਰੀਕੇ ਦੇ ਨਾਲ ਕੀਤਾ ਜਾ ਸਕੇ। ਇਸ ਗੱਲ ਦਾ ਵੀ ਆਪਦੇ ਮਨ ਦੇ ਵਿੱਚ ਅਹਿਸਾਸ ਰੱਖਣਾ ਚਾਹੀਦਾ ਕਿ ਗੁਰੂ ਅਜੇ ਵੀ ਬਖਸ਼ਿਸ਼ ਕਰਕੇ ਆਪਣੇ ਸਿੱਖਾਂ ਦੇ ਕੋਲੋਂ ਖਾਲਸਾਈ ਨਿਆਂ ਜਿਹੜਾ ਆ ਉਹ ਧਰਤੀ ਦੇ ਉੱਪਰ ਉਜਾਗਰ ਕਰਵਾਉਂਦਾ ਆ। ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ, ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ ਜਿਨ੍ਹਾਂ ਦੇ ਵੱਲੋਂ ਆਪਣੇ ਵਿਸ਼ਵਾਸ ਦੀ ਤੇ ਆਪਣੇ ਪਛਾਣ ਦੀ ਕੀਮਤ ਜਿਹੜੀ ਹੈ ਉਹ ਆਪਣੀ ਜਾਨ ਦੇ ਨਾਲ ਅਦਾ ਕੀਤੀ ਗਈ। ਕਿਉਂਕਿ ਜਿੰਨੇ ਵੀ ਸਿੱਖ ਨਵੰਬਰ 1984 ਦੇ ਦੌਰਾਨ ਇਸ ਸਾਰੇ ਇੰਡੀਆ ਦੇ ਇੱਕ ਵਿਆਪਕ ਖਿੱਤੇ ਦੇ ਵਿੱਚ ਹਿੰਸਾ ਦਾ ਨਿਸ਼ਾਨਾ ਬਣਾਏ ਗਏ, ਉਹਨਾਂ ਦੀ ਮੁੱਢਲਾ ਕਾਰਨ ਜਿਹੜਾ ਸੀਗਾ ਜਿਹਦੇ ਕਰਕੇ ਉਹਨਾਂ ਦੇ ਉੱਪਰ ਹਮਲਾ ਹੋਇਆ, ਉਹ ਉਹਨਾਂ ਦਾ ਗੁਰੂ ਪਾਤਸ਼ਾਹ ਦੇ ਵਿੱਚ ਅਕੀਦਾ ਤੇ ਬਤੌਰ ਸਿੱਖ ਉਹਨਾਂ ਦੀ ਪਛਾਣ ਸੀ। ਇਤਿਹਾਸ ਦੇ ਵਿੱਚ ਇਹ ਗੱਲ ਪਹਿਲੀ ਵਾਰ ਨਹੀਂ ਵਾਪਰੀ ਕਿ ਜਦੋਂ ਸਿੱਖਾਂ ਨੂੰ ਜਾਂ ਕਿਸੇ ਵੀ ਅਕੀਦੇ ਜਾਂ ਵਿਸ਼ਵਾਸ ਵਾਲੇ ਲੋਕਾਂ ਨੂੰ ਸਿਰਫ ਉਹਨਾਂ ਦੇ ਅਕੀਦੇ ਜਾਂ ਵਿਸ਼ਵਾਸ ਕਰਕੇ ਹੀ ਨਿਸ਼ਾਨਾ ਬਣਾਇਆ ਗਿਆ ਹੋਵੇ। ਇਤਿਹਾਸ ਦੇ ਵਿੱਚ ਇਹ ਅਮਲ ਲਗਾਤਾਰ ਚੱਲਦਾ ਰਿਹਾ ਤੇ ਜਦੋਂ ਜਿਹੜੇ ਸ਼ਬਦ ਦੇ ਨਾਲ ਅੱਜ ਇਸ ਮਹਾ ਜੁਰਮ ਨੂੰ ਯਾਦ ਕੀਤਾ ਜਾਂਦਾ ਜਾਂ ਉਹਨੂੰ ਇੱਕ ਨਾਂ ਦਿੱਤਾ ਗਿਆ ਆ ਜੈਨੋਸਾਈਡ ਦਾ ਜਾਂ ਨਸਲਕੁਸ਼ੀ ਦਾ, ਜਦੋਂ ਉਸ ਸ਼ਬਦ ਦੀ ਵੀ ਘਾੜਤ ਹੋਈ ਤੇ ਉਹਦੇ ਵਿੱਚ ਇਹ ਗੱਲ ਜਿੰਨੀ ਘਾੜਤ ਕੀਤੀ ਸੀਗੀ ਉਹਨੇ ਪਹਿਲੇ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਇਤਿਹਾਸ ਦੇ ਵਿੱਚ ਵਾਪਰਨ ਵਾਲਾ ਇੱਕ ਅਜਿਹਾ ਜੁਰਮ ਸੀਗਾ ਜਿਹਨੂੰ ਅਜੇ ਤੱਕ ਕੋਈ ਮਤਲਬ ਕਾਨੂੰਨ ਦੇ ਤਹਿਤ ਕੋਈ ਵੀ ਨਾਂ ਨਹੀਂ ਸੀ ਦਿੱਤਾ ਗਿਆ, ਵੀ ਇੱਕ ਕ੍ਰਾਈਮ ਵਿਦਆਊਟ ਨੇਮ ਸੀਗਾ ਜਿਹੜਾ ਸਾਰੇ ਇਤਿਹਾਸ ਦੇ ਵਿੱਚ ਹੀ ਵਾਪਰਦਾ ਰਿਹਾ। ਆਪਾਂ ਵੀ ਜਦੋਂ ਆਪਣੇ ਇਤਿਹਾਸ ਨੂੰ ਦੇਖਦੇ ਹਾਂ ਕਿ ਜਿੰਨਾ ਵੀ ਪਿਛਲੇ ਸਮੇਂ ਦੇ ਦੌਰਾਨ ਜਾਂ ਖਾਸ ਕਰਕੇ 18ਵੀਂ ਸਦੀ ਦੇ ਵਿੱਚ ਜਿਹੜੇ ਘੱਲੂਘਾਰੇ ਵਾਪਰੇ ਜਾਂ ਵਿਆਪਕ ਕਤਲੇਆਮ ਹੋਏ ਸਿੱਖਾਂ ਦੇ, ਆਪਾਂ ਆਮ ਸੁਣਦੇ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਜਾਂ ਮੀਰ ਮੰਨੂ ਦੇ ਜ਼ੁਲਮਾਂ ਦਾ ਜ਼ਿਕਰ ਸੁਣਦੇ ਹਾਂ, ਉਹ ਸਾਰੇ ਹੀ ਇਸੇ ਤਰ੍ਹਾਂ ਦਾ ਹੀ ਜ਼ੁਰਮ ਸੀਗੇ ਜਾਂ ਇਸੇ ਤਰ੍ਹਾਂ ਦੇ ਹੀ ਕਾਰੇ ਸੀਗੇ। ਔਰ ਉਹਨਾਂ ਸਾਰੇ ਸਿੱਖਾਂ ਨੂੰ ਹੀ ਅਸੀਂ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੂੰ
ਆਪਾਂ ਕਹਿੰਦੇ ਆ ਕਿ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ, ਸਿੱਖੀ ਸਿਦਕ ਨਿਭਾਇਆ। ਸੋ ਵਿਆਪਕ ਰੂਪ ਦੇ ਵਿੱਚ ਇਹ ਜੋ ਨਵੰਬਰ 1984 ਦੇ ਵਿੱਚ ਵਾਪਰਿਆ, ਸੋ ਇਹ ਇੱਕ ਤਰ੍ਹਾਂ ਦੇ ਨਾਲ ਉਸੇ ਹੀ ਕੜੀ ਦਾ ਹੀ ਹਿੱਸਾ ਹੈਗਾ। ਕਈ ਤਰੀਕੇ ਦੇ ਨਾਲ ਇਹ ਬਿਲਕੁਲ, ਜਦੋਂ ਆਪਾਂ ਇਹ ਕੇਸ ਨਜ਼ਰੀਏ ਤੋਂ ਦੇਖਦੇ ਹਾਂ, ਇੱਕ ਇਤਿਹਾਸ ਦੀ ਲਗਾਤਾਰਤਾ ਦੇ ਵਿੱਚ ਦੇਖਦੇ ਹਾਂ, ਜਾਂ ਜੋ ਇੱਕ ਘੱਲੂਘਾਰਿਆਂ ਦੀ ਇੱਕ ਘਾੜਤ ਸਾਨੂੰ ਅਜਿਹੇ ਜ਼ੁਰਮਾਂ ਨੂੰ ਜਾਂ ਅਜਿਹੇ ਜਿਹੜੇ ਜ਼ੁਲਮ ਵਾਪਰਦੇ ਆ ਉਹਨਾਂ ਨੂੰ ਦੇਖਣ ਦੀ ਆਪਣੀ ਪਰੰਪਰਾ ਦੇ ਵਿੱਚੋਂ ਮਿਲੀ ਹੋਈ ਹੈ। ਅਤੇ ਆਪਾਂ ਦੇਖਦੇ ਕਿ ਬਿਲਕੁਲ ਉਸੇ ਤਰ੍ਹਾਂ ਦਾ ਹੀ ਵਰਤਾਰਾ ਸੀਗਾ ਜਿਸ ਤਰ੍ਹਾਂ ਦਾ ਪਹਿਲਾਂ ਸਾਡੇ ਨਾਲ ਵਾਪਰਦਾ ਰਿਹਾ। ਪਰ ਇੱਕ ਤਰ੍ਹਾਂ ਦੇ ਨਾਲ ਇਹ ਬਹੁਤ ਜ਼ਿਆਦਾ ਵੱਖਰਾ ਵੀ ਸੀਗਾ। ਜਿੱਦਾਂ ਮਲਕੀਤ ਸਿੰਘ ਹੋਣਾ ਨੇ ਵੀ ਪਹਿਲਾਂ ਗੱਲ ਕੀਤੀ, ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਇਹ ਜੁਰਮ ਕਰਦੇ ਨੇ ਉਹ ਇਹਦੇ ਤੋਂ ਮੁਨਕਰ ਹੁੰਦੇ ਆ। ਇਹ ਮੁਨਕਰ ਵਾਲਾ ਜਿਹੜਾ ਪੱਖ ਆ, ਇਹ ਮਾਡਰਨ ਸਮੇਂ ਦਾ, ਅੱਜ ਦੇ ਸਮੇਂ ਦਾ ਹੀ ਵਰਤਾਰਾ ਹੈਗਾ। ਪਹਿਲਾਂ ਜਦੋਂ ਕਤਲੇਆਮ ਵਾਪਰਦੇ ਸੀਗੇ ਤਾਂ ਕਤਲੇਆਮ ਕਰਨ ਵਾਲੀ ਜਿਹੜੀ ਧਿਰ ਆ ਉਹ ਮੁਨਕਰ ਨਹੀਂ ਸੀ ਹੁੰਦੀ, ਉਹ ਮੰਨਦੇ ਸੀਗੇ ਕਿ ਇਹ ਕੀਤਾ ਆ। ਪਰ ਹੁਣ ਦੂਸਰਾ ਜਦੋਂ ਵਾਪਰਦਾ ਸੀਗਾ, ਉਹਦੇ ਪਿਛਲੇ ਜਿਹੜੇ ਕਾਰਨ ਆ ਉਹ ਬੜੇ ਹੋਰ ਤਰ੍ਹਾਂ ਦੇ ਹੁੰਦੇ ਸੀ। ਇੱਕ ਨੰਗੇ ਚਿੱਟੇ ਰੂਪ ਦੇ ਵਿੱਚ ਵਾਪਰਦਾ ਸੀਗਾ, ਜਿਹੜਾ ਹੁਣ ਅੱਜ ਦੇ ਸਮੇਂ ਦੇ ਵਿੱਚ ਇੱਕ ਸੋਫਿਸਟੀਕੇਟਡ ਤਰੀਕੇ ਦੇ ਨਾਲ, ਵਿਉਂਤਬੱਧ ਤਰੀਕੇ ਦੇ ਨਾਲ ਇਹ ਜੁਰਮ ਵਾਪਰਦਾ। ਇਹ ਅੱਜ ਦੇ ਸਮੇਂ ਦਾ ਜ਼ਿਆਦਾ ਵਰਤਾਰਾ ਹੈਗਾ, ਜਿਹੜਾ ਮਾਡਰਨ ਸਟੇਟ ਦਾ ਅਮਲ ਜਿਹੜਾ ਆ ਉਹ ਸਾਹਮਣੇ ਆਇਆ ਉਹਦੇ ਵਿੱਚ। ਪਰ ਜਿਹੜਾ ਬੁਨਿਆਦੀ ਚੀਜ਼ ਹੈ ਉਹ ਇਸ ਸਾਰੇ ਦੇ ਵਿੱਚ ਇੱਕੋ ਹੀ ਰਹਿੰਦੀ ਹੈ ਕਿ ਜਦੋਂ ਵਿਸ਼ਵਾਸ ਕਰਕੇ, ਅਕੀਦੇ ਕਰਕੇ ਅਤੇ ਖਾਸ ਤੌਰ ਦੇ ਉੱਪਰ ਪਛਾਣ ਕਰਕੇ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਸਮੂਹ ਨੂੰ, ਕਿਸੇ ਕੌਮ ਦੇ ਬਸ਼ਿੰਦਿਆਂ ਨੂੰ ਕਤਲ ਕੀਤਾ ਜਾਂਦਾ। ਇਹ ਗੱਲ ਜਿਹੜੀ ਆ ਇਤਿਹਾਸ ਦੇ ਵਿੱਚ ਵੀ ਆਪਾਂ ਦੇਖੀ ਕਿ ਇਸੇ ਤਰ੍ਹਾਂ ਹੀ ਸਥਿਰ ਰਹੀ। ਅਤੇ ਹੁਣ ਵੀ ਜੋ ਨਵੰਬਰ 1984 ਦੇ ਵਿੱਚ ਵਾਪਰਿਆ ਉਹਦੇ ਵਿੱਚ ਵੀ ਇਹ ਪ੍ਰਮੁੱਖ ਗੱਲ ਸੀਗੀ। ਪਛਾਣ ਦੇ ਮਾਮਲੇ ਦੇ ਵਿੱਚ ਵੀ ਇੱਕ ਗੱਲ ਆਪਾਂ ਨੂੰ ਦੇਖਣੀ ਚਾਹੀਦੀ ਕਿ ਕਿੰਨੀ ਜ਼ਿਆਦਾ ਅਹਿਮ ਹੋ ਜਾਂਦੀ ਹੈ ਕਿ ਤੁਸੀਂ ਆਪਣੀ ਪਛਾਣ ਕੀ ਮੰਨਦੇ ਹੋ। ਇਹ ਵੀ ਗੱਲ ਕਿਸੇ ਸਮੇਂ ਬੇਮਾਇਨੇ ਹੋ ਜਾਂਦੀ। ਤੁਹਾਡੇ ਇਤਿਹਾਸ ਦੇ ਵਿੱਚੋਂ, ਤੁਹਾਡੀ ਪਰੰਪਰਾ ਦੇ ਵਿੱਚੋਂ, ਤੁਹਾਡੇ ਕਿਸੇ ਸਮੂਹ ਦੇ ਵਿੱਚ ਪੈਦਾ ਹੋਣ ਕਰਕੇ ਜਿਹੜੀ ਇੱਕ ਪਛਾਣ ਤੁਹਾਡੇ ਨਾਲ ਜੁੜ ਜਾਂਦੀ ਹੈ, ਉਹਨੂੰ ਤੁਸੀਂ ਲੱਖ ਚਾਹ ਕੇ ਵੀ ਹਟਾ ਨਹੀਂ ਸਕਦੇ। ਜਿਸ ਤਰ੍ਹਾਂ ਨਵੰਬਰ 1984 ਦੇ ਵਿੱਚ ਆਪਾਂ ਦੇਖੀਏ, ਜਾਂ ਇੱਕ ਮੈਂ ਛੋਟੀ ਜਿਹੀ ਘਟਨਾ ਉਸ ਤੋਂ ਪਹਿਲਾਂ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਦੂਸਰੀ ਵਾਰ UAPA ਗਵਰਨਮੈਂਟ ਬਣਨੀ ਸੀ, ਉਸ ਤੋਂ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਜਿਹਦੇ ਵਿੱਚ ਮਨਮੋਹਨ ਸਿੰਘ ਉਸ ਸਮੇਂ ਪ੍ਰਧਾਨ ਮੰਤਰੀ ਸੀ, ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੇ ਇਹ ਇੱਕ ਜੋ ਨੁਕਤਿਆਂ ਦੇ ਉੱਪਰ ਇਲੈਕਸ਼ਨ ਲੜੀ, ਉਹਦੇ ਵਿੱਚੋਂ ਇੱਕ ਅਹਿਮ ਨੁਕਤਾ ਇਹ ਰੱਖਿਆ ਕਿ ਇਮਾਨਦਾਰ ਸਿੱਖ ਪ੍ਰਧਾਨ ਮੰਤਰੀ ਨੂੰ ਵੋਟ ਪਾਓ। ਮਨਮੋਹਨ ਸਿੰਘ ਉਹਦੀ ਪੂਰੀ ਕੰਪੇਨ ਦੇ ਦੌਰਾਨ ਚੁੱਪ ਰਿਹਾ, ਉਹਨੇ ਇਹਦੇ ਬਾਰੇ ਕੁਛ ਨਹੀਂ ਕਿਹਾ। ਆਖਰੀ ਪੜਾਅ ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀਗੀ ਤਾਂ ਆਖਰੀ ਪੜਾਅ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਟ ਆ ਉਹ ਉਸ ਪੜਾਅ ਦੇ ਵਿੱਚ ਸੀਗੀ। ਅਤੇ ਕੰਪੇਨਿੰਗ ਦੇ ਆਖਰੀ ਦਿਨ ਉਹਨੇ ਪ੍ਰੈਸ ਕਾਨਫਰੰਸ ਕੀਤੀ ਅੰਮ੍ਰਿਤਸਰ ਦੇ ਵਿੱਚ, ਅਤੇ ਉੱਥੇ ਉਹਨੇ ਇਹ ਗੱਲ ਕਹੀ ਵੀ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਵੀ ਸਿੱਖ ਪਛਾਣ ਦੀ ਗੱਲ, ਇਮਾਨਦਾਰ ਸਿੱਖ ਪ੍ਰਧਾਨ ਮੰਤਰੀ ਵਾਲੀ ਗੱਲ, ਵੀ ਮੈਂ ਸਭ ਤੋਂ ਪਹਿਲਾਂ ਇੰਡੀਅਨ ਹੈ, ਉਸ ਤੋਂ ਬਾਅਦ 'ਚ ਕੁਛ ਹੋਰ ਹੈ। ਮਤਲਬ ਇਹ ਸਟੇਟਮੈਂਟ ਜਿਹੜੀ ਆ ਉਹ ਜਿਹੜਾ ਹਿੱਸਾ ਸਰਕਾਰ ਦੇ ਨਾਲ ਰਲ ਕੇ ਚੱਲਦਾ ਹੈ ਉਹਦੀ ਇੱਕ ਮਾਨਸਿਕਤਾ ਨੂੰ ਉਜਾਗਰ ਕਰਦੀ। ਉਹਨੇ ਇਹ ਵੀ ਨਹੀਂ ਕਿਹਾ ਕਿ ਮੈਂ ਉਸ ਤੋਂ ਬਾਅਦ 'ਚ ਸਿੱਖ ਹੈ, ਪਹਿਲਾਂ ਮੈਂ ਇੰਡੀਅਨ ਹਾਂ। ਉਹਨੇ ਕਿਹਾ ਮੈਂ ਪਹਿਲਾਂ ਇੰਡੀਅਨ ਹੈ, ਉਸ ਤੋਂ ਬਾਅਦ 'ਚ ਕੁਛ ਹੋਰ ਹੈ। ਉਹਨੇ ਦੋਮ ਪੱਧਰ ਦੇ ਉੱਪਰ ਵੀ ਆਪਣੀ ਸਿੱਖ ਪਛਾਣ ਪ੍ਰਗਟ ਨਹੀਂ ਕੀਤੀ। ਪਰ ਤੁਸੀਂ ਦੇਖੋ ਕਿੰਨਾ ਵੱਡਾ ਸਾਡਾ ਹਿੱਸਾ ਸੀਗਾ ਜਿੰਨੀ ਆਪਣੀ ਪਛਾਣ, ਇੱਕੋ ਇੱਕ ਪਛਾਣ ਇੰਡੀਅਨ ਤਸਲੀਮ ਕੀਤੀ ਹੋਈ ਸੀਗੀ। ਪਰ ਜਦੋਂ ਕਤਲੇਆਮ ਹੋਇਆ ਉਦੋਂ ਉਹ ਸਾਰੀਆਂ ਗੱਲਾਂ ਜੋ ਉਹਨਾਂ ਨੇ ਆਪਣੇ ਬਾਰੇ ਦੇ ਵਿੱਚ ਇੱਕ ਸਮਝ ਬਣਾਈ ਹੋਈ ਸੀਗੀ ਉਹ ਸਭ ਪਿੱਛੇ ਰਹਿ ਗਈ, ਕਿਸੇ ਨੂੰ ਵੀ ਨਹੀਂ ਬਖਸ਼ਿਆ ਗਿਆ। ਗਿਆਨੀ ਜੈਲ ਸਿੰਘ ਦੀ ਮਿਸਾਲ ਮਿਲਦੀ, ਮਤਲਬ ਉਹਦੇ ਬਾਰੇ 'ਚ ਕਿਹਾ ਜਾਂਦਾ ਕਿ ਉਹਨੇ ਜਨਤਕ ਤੌਰ ਦੇ ਉੱਪਰ ਵੀ ਇਹ ਗੱਲ ਕਹੀ ਸੀ, ਜੇ ਇੰਦਰਾ ਗਾਂਧੀ ਕਹੇ ਤਾਂ ਮੈਂ ਝਾੜੂ ਮਾਰ ਤਾਂ ਮੈਂ ਝਾੜੂ ਵੀ ਮਾਰ ਸਕਦਾ। ਮਤਲਬ ਇੱਥੋਂ ਤੱਕ ਵੀ ਜਿੰਨੀ ਸਰੈਂਡਰ ਕੀਤਾ ਹੋਇਆ ਸੀ ਨਿੱਜੀ ਤੌਰ ਦੇ ਉੱਪਰ ਔਰ ਪਛਾਣ ਦੇ ਤੌਰ ਦੇ ਉੱਪਰ ਵੀ, ਔਰ ਜੇ ਢਾਂਚੇ ਦੇ ਤੌਰ ਦੇ ਉੱਪਰ ਵੀ ਦੇਖੋ ਤਾਂ ਉਸ ਸਮੇਂ ਉਹ ਇੰਡੀਆ ਦਾ ਰਾਸ਼ਟਰਪਤੀ ਸੀਗਾ ਜਿਹਨੂੰ ਫਸਟ ਸਿਟੀਜ਼ਨ ਕਹਿੰਦੇ ਆ। ਪਰ ਉਹ ਵੀ ਜਦੋਂ ਏਮਜ਼ ਆਇਆ ਤਾਂ ਉਹਦੇ ਉੱਪਰ ਵੀ ਹਮਲਾ ਹੋਇਆ। ਸੋ ਉਹਦੇ ਤੋਂ ਇਹ ਗੱਲ ਜਿਹੜੀ ਆ ਆਇਡੈਂਟੀਟੀ ਵਾਲਾ ਜਿਹੜਾ ਪੱਖ ਆ ਇਹ ਬੜਾ ਪ੍ਰਚੰਡ ਰੂਪ ਦੇ ਵਿੱਚ ਹੈਗਾ। ਅਤੇ ਜਿਹੜੀ ਨਸਲਕੁਸ਼ੀ ਦਾ ਵਰਤਾਰਾ ਆ, ਇੱਕ ਵਰਤਾਰਾ ਤਾਂ ਆਪਾਂ ਦੇਖਿਆ ਗਿਆ ਆਪਣੀ ਇਤਿਹਾਸਕ ਸਮਝ ਦੇ ਵਿੱਚੋਂ ਘੱਲੂਘਾਰੇ ਵਜੋਂ ਦੇਖਣ ਦਾ, ਅਤੇ ਉਹਦੇ ਵਿੱਚੋਂ ਇੱਕ ਵੱਖਰੀ ਤਰ੍ਹਾਂ ਦੇ ਰਿਸਪੌਂਸ ਜਿਹੜੇ ਆ
ਉਹ ਨਿਕਲਦੇ ਆ ਜਦੋਂ ਘੱਲੂਘਾਰਾ ਵਾਪਰਦਾ। ਤੇ ਉਹ ਆਪਾਂ ਦੇਖਾਂਗੇ ਵੀ ਆਪਣੀ ਇਸ ਗੱਲਬਾਤ ਦੇ ਦੌਰਾਨ ਵੀ ਅੱਗੇ ਵੀ ਉਹ ਕਿਸ ਤਰ੍ਹਾਂ ਦੇ ਆ। ਤੇ ਜਦੋਂ ਅਸੀਂ ਇਹਨੂੰ ਨਸਲਕੁਸ਼ੀ ਦੇ ਤੌਰ ਦੇ ਉੱਪਰ ਦੇਖਦੇ ਤੇ ਉਹਦੇ ਵਿੱਚੋਂ ਫਿਰ ਕਰਨ ਵਾਲੇ ਕਾਰਜ ਜਿਹੜੇ ਆ ਉਹ ਕਿਹੜੇ ਨਿਕਲ ਕੇ ਆਉਂਦੇ ਆ। ਪਰ ਪਛਾਣ ਵਾਲੇ ਨੁਕਤੇ ਦੇ ਵਿੱਚ ਇਹ ਗੱਲ ਹੈਗੀ ਕਿ ਤੁਸੀਂ ਆਪਣੀ ਪਛਾਣ ਬਾਰੇ ਕੀ ਤਸਲੀਮ ਕਰਦੇ ਹੋ, ਤੁਹਾਡੀ ਆਪਣੀ ਸਮਝ ਹੋ ਸਕਦੀ ਹੈ, ਪਰ ਮੁੱਢਲੇ ਰੂਪ ਦੇ ਵਿੱਚ ਜੋ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਇੱਕ ਪਛਾਣ ਜੁੜਦੀ ਆ ਉਹਦੇ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਸੋ ਆਪਣਾ ਜੀਵਨ ਅਮਲ ਜਿਹੜੇ ਲੋਕਾਂ ਨੇ, ਜਿਸ ਤਰ੍ਹਾਂ ਮਲਕੀਤ ਸਿੰਘ ਹੋਣਾ ਨੇ ਵੀ ਗੱਲ ਕੀਤੀ ਕਿ ਕੁਝ ਇੱਕ ਥਾਵਾਂ ਦੇ ਉੱਪਰ ਬੰਦਿਆਂ ਨੇ ਅੱਗਿਓਂ ਮੁਕਾਬਲਾ ਕੀਤਾ। ਹੁਣ ਜਦੋਂ ਗੁਰਜੰਟ ਸਿੰਘ ਹੋਣੀ ਵੀ ਗਏ ਸਾਰੇ ਇੰਡੀਆ ਦੇ ਵਿੱਚ, ਉਹਨਾਂ ਨੇ ਦੱਸਿਆ ਕਿ ਜਿੱਥੇ ਜਿੱਥੇ ਸਿੱਖਾਂ ਨੇ ਕੁਝ ਆਪਣਾ ਤਰੀਕਾਕਾਰ ਪੁਰਾਣਾ ਜੋ ਇੱਕ ਸਿੱਖੀ ਦਾ ਸੀਗਾ ਜਾਂ ਜੋ ਇੱਕ ਮਹਾਰਾਜ ਦਾ ਹੁਕਮ ਹੈਗਾ ਆ ਸ਼ਸਤਰਬੱਧ ਹੋਣ ਦਾ, ਜਿੱਥੇ ਜਿੱਥੇ ਵੀ ਸਿੱਖ ਉਸ ਰਵਾਇਤ ਦੇ ਨਾਲ ਜੁੜ ਕੇ ਜਿਉਂ ਰਹੇ ਸੀਗੇ ਉੱਥੇ ਉਹਨਾਂ ਦਾ ਨੁਕਸਾਨ ਘੱਟ ਹੋਇਆ। ਕਈ ਥਾਵਾਂ ਦੇ ਉੱਪਰ ਉਹਨਾਂ ਨੇ ਹਮਲਾਵਰਾਂ ਦੇ ਉੱਪਰ ਭਾਰੂ ਵੀ ਰਹੇ ਹੈ। ਪਰ ਜਿੱਥੇ ਅਸੀਂ ਜੋ ਇੱਕ ਮਾਡਰਨ ਸਟੇਟ ਵੱਲੋਂ ਦਿੱਤੀ ਹੋਈ ਪਛਾਣ ਸੀਗੀ ਇੱਕ ਸਿਟੀਜ਼ਨ ਦੀ, ਜਿੱਥੇ ਤੁਸੀਂ ਇਹ ਮੰਨਦੇ ਆ ਕਿ ਜਿਹੜੀ ਨਾਗਰਿਕ ਦੀ ਸੁਰੱਖਿਆ ਆ ਉਹ ਕਰਨੀ ਸਟੇਟ ਦਾ ਫਰਜ਼ ਹੈ, ਜਿਹੜੇ ਬੰਦਿਆਂ ਨੇ ਇਹ ਤਸਲੀਮ ਕਰ ਲਿਆ ਸੀਗਾ ਕਿ ਸਾਡੀ ਰਾਖੀ ਕਰਨੀ ਸਟੇਟ ਦੀ ਜ਼ਿੰਮੇਵਾਰੀ ਹੈ, ਉਹਨਾਂ ਦਾ ਨੁਕਸਾਨ ਸਭ ਤੋਂ ਜ਼ਿਆਦਾ ਹੋਇਆ। ਸੋ ਇਸ ਬਾਰੇ ਦੇ ਵਿੱਚ ਇਹ ਗੱਲ ਜਿਹੜੀ ਆ ਪਛਾਣ ਵਾਲੇ ਨੁਕਤੇ ਦੇ ਵਿੱਚ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜੋ ਇੱਕ ਪਛਾਣ ਦੇ ਵਿੱਚੋਂ ਚੀਜ਼ਾਂ ਤੁਹਾਡੇ ਤੱਕ ਆਉਂਦੀਆਂ ਨੇ, ਜੋ ਜ਼ਿੰਮੇਵਾਰੀਆਂ ਆਇਦ ਹੁੰਦੀਆਂ ਆ, ਉਹਨਾਂ ਨੂੰ ਨਿਭਾਉਣਾ ਸਾਡੇ ਵਾਸਤੇ ਬਹੁਤ ਜ਼ਿਆਦਾ ਅਹਿਮ ਹੁੰਦਾ। ਜੇਕਰ ਆਪਾਂ ਉਹਨਾਂ ਚੀਜ਼ਾਂ ਤੋਂ ਮੁਨਕਰ ਹੁੰਦੇ ਆ ਤਾਂ ਉਹਦੀ ਕੀਮਤ ਜਿਹੜੀ ਆ ਉਹ ਅਦਾ ਕਰਨੀ ਪੈਂਦੀ। ਤੇ ਨਵੰਬਰ 1984 ਦੇ ਵਿੱਚ ਉਹ ਕੀਮਤ ਬੰਦਿਆਂ ਨੂੰ ਆਪਣੀ ਜਾਨ ਦੇ ਨਾਲ ਵੀ ਤਾਰਨੀ ਪਈ। ਦੂਸਰੀ ਗੱਲ ਜਿਹੜੀ ਇਸ ਸੰਬੰਧ ਦੇ ਵਿੱਚ ਹੈਗੀ ਉਹ ਇਹ ਹੈਗੀ ਕਿ ਆਮ ਤੌਰ ਦੇ ਉੱਪਰ ਇੰਡੀਅਨ ਸਟੇਟ ਦੇ ਵੱਲੋਂ ਪਿਛਲੇ 38 ਸਾਲਾਂ ਦੇ ਦੌਰਾਨ ਉਹਨਾਂ ਨੇ ਲਗਾਤਾਰ ਇਹ ਗੱਲ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਦਿੱਲੀ ਦੰਗੇ ਸੀਗੇ। ਦਿੱਲੀ ਦੰਗੇ ਕਹਿਣ ਦੇ ਨਾਲ ਉਹ ਦੋ ਚੀਜ਼ਾਂ ਸਥਾਪਿਤ ਕਰਨੀਆਂ ਚਾਹੁੰਦੇ ਆ। ਇੱਕ ਉਹ ਇਹ ਸਥਾਪਿਤ ਕਰਨਾ ਚਾਹੁੰਦੇ ਕਿ ਜੋ ਕੁਝ ਵਾਪਰਿਆ ਉਹ ਦੰਗੇ ਸੀਗੇ, ਤੇ ਦੂਸਰਾ ਕਿ ਇਹ ਦਿੱਲੀ ਤੱਕ ਸੀਮਤ ਸੀਗੇ। ਜਿੰਨਾ ਵੀ ਸਾਧਨ ਸਮਰੱਥਾ ਹੈ, ਜਿੰਨਾ ਮੀਡੀਆ ਆ, ਅਖਬਾਰਾਂ ਨੇ, ਜਾਂ ਜਿੰਨੀ ਸ਼ਬਦਾਵਲੀ ਪ੍ਰਚਲਿਤ ਕੀਤੀ ਜਾਂਦੀ ਹੈ, ਚਾਹੇ ਉਹ ਪੱਤਰਕਾਰਾਂ ਵੱਲੋਂ ਹੋਵੇ, ਚਾਹੇ ਉਹ ਇੰਟੈਲੈਕਚੁਅਲ ਕਲਾਸ ਦੇ ਵੱਲੋਂ ਹੋਵੇ, ਚਾਹੇ ਉਹ ਜਿਹੜੇ ਇਨਫਲੂਐਂਸਰ ਹੁੰਦੇ ਜਿਹੜੇ ਸਮਾਜ ਦੇ ਵਿੱਚ ਕਿਸੇ ਵੀ ਗੱਲ ਨੂੰ ਸਥਾਪਿਤ ਕਰਦੇ ਉਹਦੇ ਬਾਰੇ ਦੇ ਵਿੱਚ ਇੱਕ ਨਜ਼ਰੀਆ ਬੰਨ੍ਹਦੇ ਆ, ਜਾਂ ਜਿਸ ਤਰ੍ਹਾਂ ਆਮ ਇਹ ਕਹੀ ਜਾਂਦੀ ਜਿਸ ਤਰ੍ਹਾਂ ਸਿਆਸੀ ਜਮਾਤ ਹੋਵੇ, ਉਹ ਸਾਰੀ ਇਸੇ ਸ਼ਬਦਾਵਲੀ ਦੇ ਵਿੱਚ ਬੋਲਦੇ ਰਹੇ ਆ। ਤੇ ਦੰਗੇ ਆਪਾਂ ਸਾਰੇ ਜਾਣਦੇ ਕਿ ਉਹ ਉੱਥੇ ਵਾਪਰਦੀ ਜਿੱਥੇ ਕਿਸੇ ਵੀ ਕਾਰਨ ਕਰਕੇ ਦੋ ਧਿਰਾਂ ਦੇ ਵਿੱਚ ਫਸਾਦ ਹੋ ਜਾਂਦਾ ਤੇ ਦੋਵੇਂ ਇੱਕ ਦੂਸਰੇ ਦੇ ਖਿਲਾਫ ਮਾਰ ਕਟਾਈ ਕਰਨ ਨੂੰ ਉਤਾਰੂ ਹੋ ਜਾਂਦੇ ਆ, ਉੱਥੇ ਵਾਪਰਦੀ ਹੈ। ਸੋ ਉਹਨਾਂ ਨੇ ਪੂਰਾ ਇਸ ਗੱਲ ਦੇ ਨਾਲ ਜਿਹੜਾ ਇਹਦਾ ਵਿਆਪਕਤਾ ਸੀਗੀ, ਜਿੰਨਾ ਵਿਆਪਕ ਇਹਦਾ ਘੇਰਾ ਸੀਗਾ, ਉਹਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਸਿਧਾਂਤਕ ਰੂਪ ਦੇ ਵਿੱਚ ਇਹ ਕਹਿਣਾ ਕਿ ਇਹ ਕਤਲੇਆਮ ਜਾਂ ਜੈਨੋਸਾਈਡ ਜਾਂ ਨਸਲਕੁਸ਼ੀ ਨਹੀਂ ਸੀ। ਦੂਸਰਾ ਕਿ ਇਹ ਦਿੱਲੀ ਤੱਕ ਸੀਮਤ ਸੀ। ਹਾਲਾਂਕਿ ਆਪਾਂ ਦੇਖੀਏ ਪੰਜਾਬ ਤੋਂ ਬਾਅਦ ਜੇਕਰ ਸਿੱਖਾਂ ਦੀ 22ਵੀਂ ਆਬਾਦੀ ਕਿਤੇ ਸੀਗੀ ਤਾਂ ਉਹ ਦਿੱਲੀ ਦੇ ਵਿੱਚ ਸੀ। ਬਾਕੀ ਸਾਰੇ ਇੰਡੀਆ ਦੇ ਵਿੱਚ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਹੀ ਸਿੱਖ ਸੀਗੇ, ਅਜੇ ਵੀ ਥੋੜ੍ਹੀ ਗਿਣਤੀ ਦੇ ਵਿੱਚ ਹੀ ਹੈਗੇ ਆ। ਪਰ ਜਿਹੜੀ ਹੁਣ ਸਰਦਾਰ ਗੁਰਜੰਟ ਸਿੰਘ ਹੋਣੀ ਵੀ, ਜਾਂ ਉਸ ਤੋਂ ਪਹਿਲਾਂ ਜਿਹੜੀ ਇੱਕ ਸੁਰਜੀਤ ਸਿੰਘ ਸੋਖੀ ਹੋਣਾ ਦੀ ਕਿਤਾਬ ਸੀਗੀ ਸਿੱਖਾਂ ਦਾ ਕਤਲੇਆਮ, ਉਹਦੇ ਵਿੱਚ ਵੀ ਜਿਹੜੇ ਵੇਰਵੇ ਮਿਲਦੇ ਕਿ ਜਿੱਥੇ ਕਿਤੇ ਥੋੜ੍ਹੀ ਗਿਣਤੀ ਦੇ ਵਿੱਚ ਵੀ ਸਿੱਖ ਰਹਿ ਰਹੇ ਸੀਗੇ ਉੱਥੇ ਵੀ ਉਹਨਾਂ ਦੇ ਉੱਪਰ ਹਮਲੇ ਹੋਏ। ਪਰ ਇੱਕ ਗੱਲ ਇਹ ਵੀ ਦੇਖਣੀ ਚਾਹੀਦੀ, ਇਹ ਇੱਕ ਖੇਤਰੀ ਘੇਰਾ ਆ ਕਿ ਜਿੱਥੇ ਨਵੰਬਰ 1984 ਦੇ ਦੌਰਾਨ ਸਿੱਖਾਂ ਦਾ ਕਤਲੇਆਮ ਹੋਇਆ ਜਾਂ ਉਹਨਾਂ ਨੂੰ ਨਸਲਕੁਸ਼ੀ ਦੀ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ, ਇੱਕ ਤਾਂ ਉਹਦੀ ਖੇਤਰੀ ਵਿਆਪਕਤਾ ਆ। ਸਟੇਟ ਇਹ ਗੱਲ ਕਹਿੰਦੀ ਆ ਕਿ ਉਹਦੀ ਖੇਤਰੀ ਵਿਆਪਕਤਾ ਸਿਰਫ ਦਿੱਲੀ ਤੱਕ ਸੀਮਤ ਸੀ, ਪਰ ਹੁਣ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਜਿਨ੍ਹਾਂ ਨੇ ਇਹ ਗੱਲ ਉਜਾਗਰ ਕਰ ਦਿੱਤੀ ਕਿ ਇਹ ਸਾਰੇ ਇੰਡੀਆ ਦੇ ਵਿੱਚ ਜਿੱਥੇ ਵੀ ਕਿਤੇ ਜਿੱਥੇ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ ਵੀ ਰਹਿ ਰਹੇ ਸੀ, ਜਾਂ ਆਪਾਂ ਕਹਿ ਲਈਏ ਵੀ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਸੀਗੇ, ਉੱਥੇ ਵੀ ਉਹਨਾਂ ਦੇ ਉੱਪਰ ਹਮਲੇ ਜਿਹੜੇ ਆ ਉਹ ਹੋਏ। ਰਾਮੇਸ਼ਵਰਮ ਬਿਲਕੁਲ ਜਿੱਥੋਂ ਅੱਗੇ ਸ਼੍ਰੀਲੰਕਾ ਹੀ ਸ਼ੁਰੂ ਹੋ ਜਾਂਦਾ, ਬਿਲਕੁਲ ਇੰਡੀਆ ਦੀ ਪੂਛ ਕਹਿ ਲਓ ਵੀ ਉਹਦੀ ਜਿਹੜੀ ਆਖਰੀ ਪੂੰਝਾ ਉਹਦਾ ਹੈਗਾ ਆ, ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ, ਉਹਦੇ ਉੱਪਰ ਵੀ ਉਸ ਸਮੇਂ ਦੇ ਦੌਰਾਨ ਹਮਲਾ ਹੋਇਆ।
ਸੋ ਉਸ ਤੋਂ ਇਲਾਵਾ ਜਿੰਨੀਆਂ ਵੀ ਸਟੇਟਾਂ ਇੰਡੀਆ ਦੀਆਂ ਹੈਗੀਆਂ, ਚਾਹੇ ਆਪਣੇ ਬਿਲਕੁਲ ਨੇੜਲੀਆਂ ਲਾ ਲਈਏ ਜਾਂ ਬਿਲਕੁਲ ਦੂਰ ਵਾਲੀਆਂ ਲਾ ਲਈਏ, ਉਹਨਾਂ ਸਾਰਿਆਂ ਦੇ ਵਿੱਚ ਹੀ ਸਿੱਖਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ। ਦੂਜਾ ਇਹ ਹੈ ਕਿ ਹਮਲਿਆਂ ਦਾ ਘੇਰਾ ਕਿਸ ਤਰ੍ਹਾਂ ਦਾ ਰਿਹਾ। ਇੱਕ ਗੱਲ ਤਾਂ ਖੇਤਰੀ ਵਿਆਪਕਤਾ ਦੀ ਹੋ ਗਈ, ਉਹ ਆਪਾਂ ਨੂੰ ਹੁਣ ਪਤਾ ਹੈ ਕਿ ਉਹ ਸਾਰੀ ਇੰਡੀਆ ਦੇ ਵਿੱਚ ਵਾਪਰਿਆ। ਆਮ ਤੌਰ ਦੇ ਉੱਪਰ ਇਹ ਗੱਲ ਸਮਝੀ ਜਾਂਦੀ ਹੈ ਕਿ ਜਦੋਂ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਹੜਾ ਹਮਲਾ ਹੋਇਆ ਕਿ ਉਹ ਜੂਨ 1984 ਦੇ ਵਿੱਚ ਹੋਇਆ, ਅਤੇ ਸਿੱਖਾਂ 'ਤੇ ਜਿਹੜਾ ਹਮਲਾ ਹੋਇਆ ਉਹ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਵੀ ਉਹ ਨਵੰਬਰ 1984 ਦੇ ਵਿੱਚ ਹੋਇਆ। ਪਰ ਨਵੰਬਰ 1984 ਦਾ ਵੀ ਪੈਟਰਨ ਜਿੰਨਾ ਰਿਹਾ ਉਹ ਇਹ ਰਿਹਾ ਕਿ ਜੂਨ ਤੋਂ ਵੀ ਜ਼ਿਆਦਾ ਹਮਲੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਹੋਏ ਉਹ ਨਵੰਬਰ 1984 ਦੇ ਵਿੱਚ ਹੋਏ। ਸਿੱਖਾਂ ਦੇ ਬਾਰੇ ਦੇ ਵਿੱਚ ਇਹ ਗੱਲ ਪ੍ਰਮੁੱਖ ਹੈਗੀ ਹੈ ਕਿ ਜਿੱਥੇ ਵੀ ਸਿੱਖ ਜਾਂਦੇ ਆ ਉਹ ਆਪ ਦਾ ਜਦੋਂ ਸੰਗਤੀ ਕਰਮ ਕਰਦੇ ਤੇ ਸਭ ਤੋਂ ਪਹਿਲਾਂ ਸੰਗਤ ਸਥਾਪਿਤ ਕਰਕੇ ਗੁਰਦੁਆਰਾ ਸਾਹਿਬ ਜਿਹੜਾ ਆ ਉਹਦੀ ਉਸਾਰੀ ਕਰਦੇ ਆ। ਤਾਂ ਜਦੋਂ ਹਮਲਾਵਰਾਂ ਨੇ ਵੀ ਹਮਲਾ ਕੀਤਾ ਇੰਡੀਆ ਦੇ ਵਿੱਚ ਸਾਰੀਆਂ ਥਾਵਾਂ 'ਤੇ, ਤਾਂ ਸਭ ਤੋਂ ਪਹਿਲਾ ਹਮਲਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਕੀਤਾ। ਇਹ ਗੱਲ ਗੁਰਜੰਟ ਸਿੰਘ ਹੋਣਾ ਨਾਲ ਵੀ ਜਦੋਂ, ਕਿਉਂਕਿ ਉਹ ਇੰਡੀਆ ਦੇ ਵਿੱਚ ਗਏ ਸੀਗੇ, ਜਾਂ ਜਦੋਂ ਇਹ ਕਾਰਜ ਉਹਨਾਂ ਨੇ ਸ਼ੁਰੂ ਕਰਨਾ ਸੀ ਉਹਦੇ ਬਾਰੇ ਦੇ ਵਿੱਚ ਸਲਾਹ ਮਸ਼ਵਰਾ ਚੱਲਦਾ, ਉਦੋਂ ਅਸੀਂ ਕਾਫੀ ਜਾਣਿਆਂ ਨੂੰ ਪੁੱਛਿਆ ਸੀ। ਦਿੱਲੀ ਦੇ ਬਾਰੇ ਦੇ ਵਿੱਚ ਵੀ ਕਈ ਪੁੱਛਿਆ। ਆਪਣੇ ਇੱਕ ਪ੍ਰਚਲਿਤ ਧਾਰਨਾ ਜਿਸ ਤਰ੍ਹਾਂ ਦੀ ਹੁੰਦੀ, ਤਾਂ ਅਸੀਂ ਇੱਕ ਸੱਜਣ ਹੈਗੇ ਜਿਹੜੇ ਜਾਣਕਾਰ, ਉਹਨਾਂ ਨੂੰ ਪੁੱਛਿਆ ਕਿ ਕੀ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸਾਹਿਬਾਨ ਤੋਂ, ਕਹਿੰਦੇ ਵੀ ਬਹੁਤਿਆਂ ਦੇ ਉੱਪਰ ਨਹੀਂ ਹੋਏ ਹਮਲੇ। ਹਾਲਾਂਕਿ ਉਹ ਆਪਣੀ ਇੱਕ ਜਿੱਦਾਂ ਮਨ ਦੀ ਪਰਸੈਪਸ਼ਨ ਸੀਗੀ, ਜਿਹੜੀ ਸਰਦਾਰ ਜਰਨੈਲ ਸਿੰਘ ਪੱਤਰਕਾਰ ਹੁਣ ਉਹ ਨਹੀਂ ਹੈਗੇ ਇਸ ਸੰਸਾਰ ਦੇ ਵਿੱਚ, ਉਹਨਾਂ ਨੇ ਜਿਹੜੀ ਕਿਤਾਬ ਲਿਖੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੋਈ ਕਿ ਇਕੱਲੇ ਦਿੱਲੀ ਦੇ ਵਿੱਚ ਹੀ 350 ਤੋਂ ਉੱਪਰ ਗੁਰਦੁਆਰੇ ਜਿਹੜੇ ਆ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ। ਉੱਥੇ ਸਾੜ ਫੂਕ ਜਿਹੜੀ ਆ ਉਹ ਦਿੱਲੀ ਦੇ ਵਿੱਚ ਹੀ ਨਵੰਬਰ 1984 ਦੇ ਵਿੱਚ ਕੀਤੀ ਗਈ। ਉਸ ਤੋਂ ਇਲਾਵਾ ਜਿੰਨੀਆਂ ਥਾਵਾਂ ਦੇ ਉੱਪਰ ਵੀ ਸਿੱਖਾਂ ਦੇ ਉੱਪਰ ਹਮਲੇ ਹੋਏ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਹੀ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਗਿਆ। ਫਿਰ ਇੱਕ ਗੱਲ ਜਿਹੜੀ ਆ ਪਛਾਣ ਵਾਲੇ ਮਸਲੇ ਦੇ ਨਾਲ ਹੀ ਆ ਕੇ ਜੁੜ ਜਾਂਦੀ ਹੈ ਕਿ ਜਿਨ੍ਹਾਂ ਦੇ ਕੋਲ ਵੀ ਸਿੱਖੀ ਨਾਲ ਸੰਬੰਧਿਤ ਚਿੰਨ੍ਹ ਸੀਗੇ ਉਹਨਾਂ ਸਾਰਿਆਂ ਦੇ ਉੱਪਰ ਹੀ ਹਮਲੇ ਹੋਏ। ਜੇਕਰ ਕਿਸੇ ਨੇ ਕੇਸ ਕਤਲ ਕੀਤੇ ਹੋਏ ਸੀ ਪਰ ਕੜਾ ਪਾਇਆ ਹੋਇਆ ਸੀਗਾ ਤਾਂ ਉਹਨਾਂ ਦੇ ਉੱਪਰ ਵੀ ਹਮਲਾ ਉਸ ਸਮੇਂ ਦੇ ਦੌਰਾਨ ਕੀਤਾ ਗਿਆ। ਇੱਕ ਗੱਲ ਇਹ ਵੀ ਹੈ ਕਿ ਕਿਸੇ ਵੀ ਪਛਾਣ ਨੂੰ ਕਿਸ ਤਰ੍ਹਾਂ ਨਫ਼ਰਤ ਦਾ ਨਿਸ਼ਾਨਾ ਬਣਾ ਲਿਆ ਜਾਂਦਾ, ਇਹ ਵੀ ਗੱਲ ਇੱਕ ਸਮਝਣ ਵਾਲੀ ਹੈਗੀ ਕਿ ਜਿਨ੍ਹਾਂ ਲੋਕਾਂ ਨੂੰ ਕਤਲ ਕੀਤਾ ਗਿਆ ਪਹਿਲਾਂ ਉਹਨਾਂ ਦੇ ਕੇਸ ਕਤਲ ਕੀਤੇ ਗਏ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਅੱਗ ਲਾਈ ਗਈ। ਹਾਲਾਂਕਿ ਇੱਕ ਆਮ ਜੀ ਗੱਲ ਆ ਕਿ ਜੇਕਰ ਤੁਸੀਂ ਕਿਸੇ ਨੂੰ ਮਾਰਨਾ ਆ ਤਾਂ ਮਾਰ ਦਿਓ, ਪਰ ਪਹਿਲਾਂ ਉਹਦੇ ਕੇਸ ਕਤਲ ਕਰਕੇ ਉਸ ਪਛਾਣ ਨੂੰ, ਜਾਂ ਉਹ ਗੁਰੂ ਮਹਾਰਾਜ ਦੀ ਜਿਹੜੀ ਸਿੱਖੀ ਹੈ, ਪਹਿਲਾ ਹਮਲਾ ਜਿਹੜਾ ਆ ਉਹਦੇ ਉੱਪਰ ਸੀਗਾ। ਉਸ ਤੋਂ ਬਾਅਦ ਦੇ ਵਿੱਚ ਬੰਦਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ, ਇਸ ਗੱਲ ਦੀ ਬਹੁਤ ਜ਼ਿਆਦਾ ਜਿਹੜੇ ਬੰਦੇ ਇਹਦੇ 'ਚੋਂ ਬਚ ਕੇ ਨਿਕਲੇ, ਜਿਹੜੇ ਜੈਨੋਸਾਈਡ ਸਰਵਾਈਵਰ ਨੇ, ਉਹ ਸਾਰੇ ਹੀ ਇਸ ਗੱਲ ਦੀ ਤਸਦੀਕ ਕਰ ਦਿੰਦੇ। ਔਰ ਜਿੰਨੇ ਇਹਦੇ ਸੰਬੰਧੀ ਲਿਖਤੀ ਸਬੂਤ ਵੀ ਮਿਲਦੇ ਆ, ਜਿੰਨੇ ਆਈ ਵਿਟਨੈਸ ਅਕਾਊਂਟ ਮਿਲਦੇ, ਉਹ ਸਾਰੇ ਹੀ ਇਸ ਗੱਲ ਦੀ ਤਸਦੀਕ ਕਰਦੇ ਆ ਕਿ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਆ ਉਹ ਵਾਪਰਿਆ। ਇੱਕ ਗੱਲ ਇਹ ਹੈਗੀ ਜਿਹੜੀ ਗੱਲ ਦਾ ਘੱਟ ਜ਼ਿਕਰ ਆਉਂਦਾ ਆ, ਉਹ ਇਹ ਹੈਗੀ ਕਿ ਬਹੁਤ ਸਾਰੇ ਬੰਦੇ ਅੱਗਿਓਂ ਉਹਨਾਂ ਨੇ ਮੁਕਾਬਲਾ ਕੀਤਾ। ਕੁਝ ਸਾਲ ਪਹਿਲਾਂ ਜਮਸ਼ੇਦਪੁਰ ਤੋਂ ਸਾਨੂੰ ਇੱਕ ਫੋਨ ਆਇਆ, ਉਹਨੇ ਵੀਰ ਨੇ ਇਹ ਗੱਲ ਕਹੀ, ਉਹ ਕਹਿੰਦਾ ਜੀ ਕਿ ਸਾਡਾ ਪਰਿਵਾਰ ਬੋਕਾਰੋ ਦੇ ਵਿੱਚ ਸੀ ਅਤੇ ਬੋਕਾਰੋ ਦੇ ਵਿੱਚ ਮਤਲਬ ਬਹੁਤ ਭਿਆਨਕ ਕਤਲੇਆਮ ਉੱਥੇ ਜਿਹੜਾ ਆ ਉਹ ਸਿੱਖਾਂ ਦਾ ਹੋਇਆ ਸੀ, ਅਤੇ ਉਸ ਭਿਆਨਕ ਕਤਲੇਆਮ ਦੇ ਵਿੱਚੋਂ ਸਭ ਤੋਂ ਵੱਧ ਜਾਨੀ ਨੁਕਸਾਨ ਉਸੇ ਪਰਿਵਾਰ ਦਾ ਹੀ ਹੋਇਆ ਸੀਗਾ। ਉਹਦੇ ਵਿੱਚ ਸਿਰਫ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਸੀਗੀਆਂ ਉਹੀ ਪਿੱਛੇ ਬਚ ਗਈਆਂ ਸੀ। ਉਸ ਤੋਂ ਇਲਾਵਾ ਸਾਰੇ ਘਰ ਦੇ ਜਿੰਨੇ ਵੀ ਮਰਦ ਜੀ ਸੀਗੇ ਉਹ ਸਾਰੇ ਹੀ ਕਤਲ ਕਰ ਦਿੱਤੇ ਗਏ। ਉਹਨਾਂ ਦੀ ਮਾਤਾ ਸੀ ਉਹ ਵੀ ਕਤਲ ਕਰ ਦਿੱਤੀ ਗਈ। ਅਤੇ ਉਹਨੇ ਪਰ ਇੱਕ ਗੱਲ ਦੱਸੀ, ਉਹ ਕਹਿੰਦਾ ਜੀ ਮੈਂ ਇਹ ਚਾਹੁੰਦਾ ਕਿ ਤੁਸੀਂ ਮੇਰੇ ਮਾਤਾ ਜੀ ਦੇ ਨਾਲ ਗੱਲਬਾਤ ਕਰੋ, ਕਿਉਂਕਿ ਬਹੁਤੇ ਬੰਦੇ ਜਿਹੜੇ ਪੰਜਾਬ 'ਚ ਨੇ ਜਾਂ ਹੋਰ ਨੇ ਉਹ ਇਹ ਕਹਿ ਦਿੰਦੇ ਆ ਕਿ ਜਿਹੜੇ ਬਾਹਰ ਪੰਜਾਬ ਤੋਂ ਬਾਹਰ ਬੈਠੇ ਹੋਏ ਸੀ ਵੀ ਉਹਨਾਂ ਨੇ ਮੁਕਾਬਲਾ ਨਹੀਂ ਕੀਤਾ, ਜਾਂ ਇੱਕ ਆਮ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਭੇਡਾਂ ਬੱਕਰੀਆਂ ਵਾਂਗੂ ਬੰਦੇ ਜਿਹੜੇ ਉਹ ਮਾਰੇ ਗਏ। ਪਰ ਉਹ ਕਹਿੰਦਾ ਜੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਉਹ ਕਹਿੰਦਾ ਵੀ ਮੇਰਾ ਮਾਮਾ ਜਿਹੜਾ ਸੀਗਾ ਵੀ ਉਹਨੇ ਮੁਕਾਬਲਾ ਕੀਤਾ। ਚਲੋ ਕੁਦਰਤੀ ਇੱਥੇ ਚੱਬੇ ਪਿੰਡ ਉਹਨਾਂ ਦਾ ਪਿਛੋਕੜ ਹੈਗਾ, ਉਹ ਇੱਥੇ ਆਏ ਸੀਗੇ, ਅਸੀਂ ਤਰਨ ਤਾਰਨ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਤੁਸੀਂ ਦੇਖੋ ਕਿ 30-35 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਅਸੀਂ ਅਜੇ ਮਾਈਕ ਵਗੈਰਾ ਹੀ ਲਾ ਰਹੇ ਸੀਗੇ,
ਉਹ ਬੀਬੀ ਉਦੋਂ ਹੀ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਆ ਉਹ ਵਗਣੇ ਸ਼ੁਰੂ ਹੋ ਗਏ। ਉਹ ਸਾਰੀ ਗੱਲਬਾਤ ਉਹਨੇ ਰੋਂਦੀ ਨੇ ਹੀ ਉਹ ਸੁਣਾਈ, ਪਰ ਉਹਨੂੰ ਵੀ ਸੀਗਾ ਵੀ ਮੈਂ ਇਹ ਸਾਰੀ ਗੱਲ ਜਿਹੜੀ ਆ ਉਹ ਜ਼ਰੂਰ ਦੱਸਣੀ ਹੈ, ਜੋ ਕੁਝ ਵਾਪਰਿਆ, ਕਿਸ ਤਰ੍ਹਾਂ ਵਾਪਰਿਆ, ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਹਮਲਾ ਕੀਤਾ, ਕਿਸ ਤਰ੍ਹਾਂ ਉਹੀ ਬੰਦੇ ਹਮਲਾ ਕਰਨ ਆਏ ਜਿਹੜੇ ਉਸ ਤੋਂ ਪਹਿਲਾਂ ਮਤਲਬ ਉਹਨਾਂ ਦੇ ਪਰਿਵਾਰ ਦੇ ਜਾਣ ਪਛਾਣ ਵਾਲੇ ਲੋਕ ਸੀਗੇ, ਅਤੇ ਚੰਗਾ ਜਿਨ੍ਹਾਂ ਦੇ ਨਾਲ ਸਹਿਚਾਰ ਸੀਗਾ, ਜਿਨ੍ਹਾਂ ਦੀਆਂ ਭੈਣਾਂ ਉਹ ਦੱਸਦੀਆਂ ਵੀ ਉਹ ਸਾਡੇ ਨਾਲ ਮਤਲਬ ਸਾਡੀ ਮਾਤਾ ਦੇ ਕੋਲ ਸਿਲਾਈ ਸਿੱਖਣ ਆਉਂਦੀਆਂ ਹੁੰਦੀਆਂ ਸੀ, ਸਾਡੀਆਂ ਸਹੇਲੀਆਂ ਸੀਗੀਆਂ, ਪਰ ਉਹੀ ਬੰਦੇ ਜਿਹੜੇ ਆ ਉਹ ਉਦੋਂ ਕਤਲੇਆਮ ਕਰਨ ਦੇ ਵਾਸਤੇ ਆਏ। ਉਹਨੇ ਇਹ ਗੱਲ ਦੱਸੀ, ਉਹ ਕਹਿੰਦੀ ਕਿ ਜਿਹੜਾ ਮੇਰਾ ਛੋਟਾ ਭਰਾ ਸੀ ਉਹਦੀ ਉਮਰ 14 ਸਾਲ ਸੀਗੀ, ਪਰ ਉਹ ਬਹੁਤ ਜ਼ਿਆਦਾ ਸਰੀਰਕ ਜੁੱਸਾ ਉਹਦਾ ਬਹੁਤ ਜ਼ਿਆਦਾ ਤਕੜਾ ਸੀਗਾ, ਅਤੇ ਜਿਹੜਾ ਇੱਕ ਕਰਾਟੇ ਦਾ ਵੈਪਨ ਹੁੰਦਾ ਆ ਨੌਨ ਚਾਕੂ, ਉਹ ਕਹਿੰਦੀ ਵੀ ਉਹ ਬਹੁਤ ਵਧੀਆ ਚਲਾਉਂਦਾ ਸੀ। ਕਹਿੰਦੀ ਵੀ ਤਕਰੀਬਨ 3-4 ਘੰਟੇ ਤੱਕ ਉਹ ਉਹਨਾਂ ਦੇ ਨਾਲ ਮੁਕਾਬਲਾ ਕਰਦਾ ਰਿਹਾ, ਲੜਦਾ ਰਿਹਾ, ਇਕੱਲਾ ਬੰਦਾ। ਉਹਨੇ ਭਜਾਇਆ ਉਹਨਾਂ ਨੂੰ, ਫਿਰ ਉਹ ਦੁਬਾਰਾ ਹਮਲਾਵਰ ਹੋ ਜਾਂਦੇ ਸੀਗੇ, ਅਤੇ ਪਰ ਅਲਟੀਮੇਟਲੀ ਉਹ ਕਹਿੰਦੀ ਕਿ ਮਤਲਬ ਸਾਨੂੰ ਇੱਕ ਹੋਰ ਬਿਹਾਰੀ ਪਰਿਵਾਰ ਸੀਗਾ, ਉਹਨਾਂ ਦੇ ਘਰ ਦੇ ਵਿੱਚ ਬੰਦ ਕੀਤਾ ਹੋਇਆ ਸੀ। ਉੱਥੋਂ ਬਾਰੀ ਦੀ ਇੱਕ ਝੀਤ ਦੇ ਵਿੱਚੋਂ ਉੱਥੋਂ ਰੰਗ ਥੋੜ੍ਹਾ ਜਿਹਾ ਲੱਥਿਆ ਹੋਇਆ ਸੀ, ਉੱਥੋਂ ਅਸੀਂ ਦੇਖਦੇ ਸਾਂ। ਕਹਿੰਦੀ ਮੈਂ ਕਈ ਵਾਰ ਕੋਸ਼ਿਸ਼ ਕੀਤੀ ਵੀ ਮੈਂ ਬਾਹਰ ਜਾਵਾਂ, ਪਰ ਸਾਡੇ ਮਾਂ ਪਿਓ ਨੇ ਸਾਨੂੰ ਇਹ ਕਿਹਾ ਸੀਗਾ ਵੀ ਤੁਸੀਂ ਆਪਦੀ ਇੱਜ਼ਤ ਬਚਾਉਣੀ ਹੈ, ਬਾਹਰ ਨਹੀਂ ਆਉਣਾ। ਉਹ ਕਹਿੰਦੀ ਮੇਰੀ ਭੈਣ ਨੇ ਵੀ ਵਾਸਤੇ ਪਾ ਕੇ ਰੋਕਿਆ, ਮਾਂ ਪਿਓ ਵੀ। ਉਹ ਕਹਿੰਦੀ ਵੀ ਜਦੋਂ ਮਾਰੇ ਗਏ, ਕਹਿੰਦੀ ਵੀ ਉਹਨੂੰ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹ ਛੱਡ ਗਏ ਸਾਨੂੰ। ਕਹਿੰਦੀ ਵੀ ਆਵਾਜ਼ ਸੁਣਦੀ ਸੀ, ਉਹ ਪਾਣੀ ਮੰਗ ਰਿਹਾ ਸੀਗਾ ਭਰਾ ਮਰਦਾ ਹੋਇਆ। ਕਹਿੰਦੀ ਪਰ ਭੈਣ ਮੇਰੀ ਨੇ ਇਹੀ ਕਿਹਾ ਵੀ ਇਹ ਸਾਡੇ ਪਰਿਵਾਰ ਦੇ ਜੀਆਂ ਨੇ ਸਿਰਫ ਸਾਡੀ ਇੱਜ਼ਤ ਬਚਾਉਣ ਦੇ ਵਾਸਤੇ ਆਪਦੀਆਂ ਜਾਨਾਂ ਦਿੱਤੀਆਂ, ਵੀ ਹੁਣ ਸਾਡਾ ਇਹ ਫਰਜ਼ ਬਣਦਾ ਕਿ ਜਿਸ ਗੱਲ ਦੇ ਲਈ ਇਹਨਾਂ ਨੇ ਜਾਨ ਦਿੱਤੀ ਹੈ ਵੀ ਉਹ ਆਪਾਂ ਉਹ ਕੰਮ ਨਹੀਂ ਕਰਨ ਦਾ ਉਹਨਾਂ ਨੂੰ ਮੌਕਾ ਦੇਣਾ। ਉਹ ਕਹਿੰਦੀ ਵੀ ਅਜੇ ਤੱਕ ਵੀ ਮੇਰੇ ਮਨ ਦੇ ਵਿੱਚ ਇਹ ਮਲਾਲ ਹੈ ਕਿ ਅਸੀਂ ਮਰਦੇ ਹੋਏ ਆਪਣੇ ਭਰਾ ਦੇ, ਜਿਨ੍ਹਾਂ ਸਾਡੇ ਮਾਂ ਪਿਓ ਨੂੰ ਬਚਾਉਣ ਦੇ ਵਾਸਤੇ ਇੰਨਾ ਲੰਬਾ ਸਮਾਂ ਉਹਨਾਂ ਦੇ ਨਾਲ ਲੜਾਈ ਕੀਤੀ, ਉਮਰ ਛੋਟੀ ਹੋਣ ਦੇ ਬਾਵਜੂਦ, ਵੀ ਉਹਦੇ ਮਰਦੇ ਦੇ ਮੂੰਹ ਦੇ ਵਿੱਚ ਇੱਕ ਪਾਣੀ ਦੀਆਂ ਬੂੰਦਾਂ ਵੀ ਨਹੀਂ ਪਾ ਸਕੇ। ਸੋ ਉਹਨੇ ਵੀ ਬਾਅਦ ਦੇ ਵਿੱਚ ਉਹਨੇ ਨੌਜਵਾਨ ਨੇ ਮੈਨੂੰ ਕਿਹਾ, ਉਹ ਕਹਿੰਦਾ ਜੀ ਮੈਂ ਇਹ ਗੱਲ ਜ਼ਰੂਰ ਚਾਹੁੰਦਾ ਵੀ ਇਹ ਗੱਲ ਆਵੇ ਵੀ ਸਾਡੇ ਬੰਦੇ ਲੜੇ ਵੀ ਸੀਗੇ ਅੱਗਿਓਂ, ਵੀ ਸਿਰਫ ਇਹ ਨਹੀਂ ਹੈ ਵੀ ਕੋਈ ਹਮਲਾਵਰ ਹੋ ਕੇ ਆਇਆ ਅਤੇ ਉਹ ਕਰਕੇ ਚਲੇ ਗਿਆ। ਠੀਕ ਹੈ, ਮਤਲਬ ਇਹ ਲੜਾਈ ਦਾ ਅਸੂਲ ਹੈ ਕਿ ਜਿਹਦਾ ਪਲੜਾ ਭਾਰੀ ਹੋ ਜਾਂਦਾ ਤਾਕਤ ਦੇ ਪੱਖ ਤੋਂ ਉਹ ਆਪਦਾ ਕਰ ਜਾਂਦਾ, ਪਰ ਉਸ ਸਮੇਂ ਇਹਨਾਂ ਹਾਲਾਤਾਂ ਦੇ ਵਿੱਚ ਬੰਦਿਆਂ ਦਾ ਇਸ ਤਰ੍ਹਾਂ ਖੜ੍ਹ ਜਾਣਾ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਅਤੇ ਵਿਆਪਕ ਗੱਲ ਜਿਹੜੀ ਆ ਉਹ ਸੀਗੀ। ਇੱਕ ਗੱਲ ਜਿਹੜੀ ਆ ਉਹ ਆਪਾਂ ਇਨਸਾਫ ਦੇ ਬਾਰੇ ਦੇ ਵਿੱਚ ਕਰਨੀ। ਇਨਸਾਫ ਦਾ ਇੱਕ ਪਰਿਭਾਸ਼ਾ, ਇੱਕ ਤਕਾਜ਼ਾ, ਇੱਕ ਪੈਮਾਨਾ ਜਿਹੜਾ ਹੈਗਾ ਆ ਉਹ ਸਾਨੂੰ ਪਿਛਲੇ 38 ਸਾਲਾਂ ਦੇ ਵਿੱਚ ਜੋ ਪ੍ਰਚਲਿਤ ਮਾਧਿਅਮ ਹੈਗੇ ਆ ਉਹਨਾਂ ਦੇ ਰਾਹੀਂ ਸਾਡੇ ਸਾਹਮਣੇ ਆਇਆ। ਉਹਦੇ ਵਿੱਚ ਇਹ ਹੈ ਕਿ ਜਦੋਂ ਵੀ ਕੋਈ ਕਤਲੇਆਮ ਹੋ ਜਾਂਦਾ, ਜੁਰਮ ਹੋ ਜਾਂਦਾ, ਉਸ ਤੋਂ ਬਾਅਦ ਪੁਲਿਸ ਨੂੰ FIR ਦਰਜ ਕਰਨੀ ਚਾਹੀਦੀ ਹੈ, ਉਹਦੇ ਉੱਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਅਦਾਲਤਾਂ ਦੇ ਵਿੱਚ ਪੈਰਵਾਈ ਹੋਣੀ ਚਾਹੀਦੀ ਹੈ, ਅਤੇ ਉਹਨਾਂ ਦੋਸ਼ੀਆਂ ਨੂੰ ਜਿਹੜੀਆਂ ਆ ਉਹ ਸਜ਼ਾਵਾਂ ਦੇਣੀਆਂ ਚਾਹੀਦੀਆਂ। ਪਿਛਲੇ ਤਕਰੀਬਨ 2 ਦਹਾਕੇ ਦੇ ਦੌਰਾਨ ਇਹ ਬਿਰਤਾਂਤ ਇੰਨਾ ਜ਼ਿਆਦਾ ਭਾਰੂ ਹੋ ਗਿਆ ਕਿ ਇਨਸਾਫ ਦਾ ਸਾਡਾ ਆਪਣਾ, ਸਾਡੀ ਰਵਾਇਤ ਦੇ ਵਿੱਚੋਂ ਆਇਆ ਹੋਇਆ, ਅਤੇ ਇਸ ਕਤਲੇਆਮ ਜਾਂ ਇਸ ਘੱਲੂਘਾਰੇ ਦੇ ਵਾਪਰਨ ਤੋਂ ਬਾਅਦ ਜਿਹਨੂੰ ਜ਼ਮੀਨ ਦੇ ਉੱਪਰ ਦੁਬਾਰਾ ਸਾਕਾਰ ਰੂਪ ਦੇ ਵਿੱਚ ਪ੍ਰਤੱਖ ਸਾਹਮਣੇ ਉਜਾਗਰ ਕੀਤਾ, ਲਾਗੂ ਕੀਤਾ, ਇਸੇ ਹੀ ਇੰਡੀਆ ਦੀ ਧਰਤੀ ਦੇ ਉੱਪਰ ਲਾਗੂ ਕੀਤਾ, ਉਹ ਬਿਲਕੁਲ ਹੀ ਸਾਡੇ ਮਨ ਦੇ ਵਿੱਚੋਂ ਵਿਸਰ ਗਿਆ ਆ। ਜਿੰਨੇ ਮੁੱਖ ਦੋਸ਼ੀ ਸੀਗੇ, ਚਾਹੇ ਉਹ ਪ੍ਰਮੁੱਖ ਰੂਪ ਦੇ ਵਿੱਚ ਆਪਾਂ ਨੂੰ ਪਤਾ ਕਿ ਜਿੱਦਾਂ ਜ਼ਿਆਦਾ ਵਸੋਂ ਦਿੱਲੀ ਦੇ ਵਿੱਚ ਸੀ, ਉਹਦੇ ਕਰਕੇ ਜ਼ਿਆਦਾ ਭਿਆਨਕ ਕਤਲੇਆਮ ਜਿਹੜਾ ਆ ਉਹ ਦਿੱਲੀ ਦੇ ਵਿੱਚ ਹੋਇਆ ਸੀਗਾ। ਜਿੰਨੇ ਉਹਦੇ ਪ੍ਰਮੁੱਖ ਦੋਸ਼ੀ ਸੀਗੇ, ਲਲਿਤ ਮਾਕਨ ਵਰਗੇ, ਅਰਜਨ ਦਾਸ ਵਰਗੇ ਜਾਂ ਹੋਰ, ਉਹਨਾਂ ਸਾਰਿਆਂ ਨੂੰ ਦੇ ਨਾਲ ਜੋ ਖਾਲਸੇ ਦੀ ਰਵਾਇਤ ਸੀਗੀ ਪਾਪੀ ਨੂੰ ਦੰਡ ਦੇਣ ਦੀ, ਉਹਦੇ ਮੁਤਾਬਕ ਉਹਨਾਂ ਦੇ ਨਾਲ ਨਿਆਂ ਕੀਤਾ ਗਿਆ। ਔਰ ਤੁਸੀਂ ਦੇਖੋ ਕਿ ਉਹ ਨਿਆਂ ਕਰਨ ਵਾਲੇ ਸਾਡੇ ਜਿਹੜੇ ਯੋਧੇ ਆ ਉਹ ਅਜੇ ਤੱਕ ਵੀ ਉਹਨਾਂ ਦੇ ਵਿੱਚੋਂ ਸਾਡੇ ਵਿੱਚ ਹਨ। ਕਈ ਸ਼ਹਾਦਤਾਂ ਦਾ ਜਾਮ ਪੀ ਗਏ। ਭਾਈ ਦਲਜੀਤ ਸਿੰਘ ਜੀ ਇੱਥੇ ਬੈਠੇ ਹੋਏ, ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਬਲਜਿੰਦਰ ਸਿੰਘ ਜੀ ਰਾਜੂ, ਚਾਚਾ ਮਥੁਰਾ ਸਿੰਘ ਜੀ, ਹੋਰ ਕਿੰਨੇ ਇਸ ਤਰ੍ਹਾਂ ਦੇ ਸੂਰਬੀਰ ਯੋਧੇ ਸੀਗੇ ਜਿਨ੍ਹਾਂ ਨੇ ਇਨਸਾਫ ਉਸ ਸਮੇਂ ਜੋ ਖਾਲਸੇ ਦੀ ਰਵਾਇਤ ਸੀਗੀ ਉਹਦੇ ਮੁਤਾਬਕ ਲਾਗੂ ਕੀਤਾ। ਔਰ ਜਿੰਨੇ ਮੁੱਖ ਦੋਸ਼ੀ ਸੀਗੇ
ਜਿਨ੍ਹਾਂ ਦਾ ਅੱਜ ਅਸੀਂ ਜ਼ਿਕਰ ਸੁਣਦੇ ਹਾਂ, ਜਿਹੜੇ ਸਾਨੂੰ ਸਭ ਤੋਂ ਵੱਡੇ ਕਲਪਿਟ ਲੱਗਦੇ ਆ, ਇਹ ਉਸ ਸਮੇਂ ਬਹੁਤੇ ਜ਼ਿਆਦਾ ਨਾ ਤਾਂ ਪੋਲੀਟੀਕਲ ਤੌਰ ਦੇ ਉੱਪਰ ਅਹਿਮੀਅਤ ਰੱਖਦੇ ਸੀਗੇ। ਇਹਨਾਂ ਦੀ ਭੂਮਿਕਾ ਵੀ ਉਸ ਤਰ੍ਹਾਂ ਦੀ ਰਹੀ, ਜੇਕਰ ਕੋਈ ਬਚ ਗਿਆ ਤਾਂ ਉਹ ਕੋਈ ਆਪਦੇ ਸਵਾਭੀ ਵੀ ਕਈ ਲੋਕ ਦੁਸ਼ਟ ਜਿਹੜੇ ਸੀਗੇ, ਜਿਸ ਤਰ੍ਹਾਂ ਭਾਈ ਦਲਜੀਤ ਸਿੰਘ ਹੋਣਾ ਨੇ ਪਿਛਲੇ ਸਮੇਂ ਦੇ ਦੌਰਾਨ ਕੁਝ ਗੱਲਾਂ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ, ਤਾਂ ਉਹਦੇ ਵਿੱਚੋਂ ਆਇਆ ਕਿ ਉਹ ਠੀਕ ਆ, ਕੋਈ ਮਹਾਰਾਜ ਨੇ ਕਿਸੇ ਦੀ ਨਹੀਂ ਸੀ ਲਿਖੀ, ਉਹ ਬਚ ਗਏ, ਪਰ ਖਾਲਸਾਈ ਰਿਵਾਇਤ ਦੇ ਅਨੁਸਾਰ ਜਿਹੜਾ ਇਨਸਾਫ ਹੈ ਉਹਨਾਂ ਲੋਕਾਂ ਦੇ ਨਾਲ ਕੀਤਾ ਗਿਆ। ਪਰ ਇਹ ਗੱਲ ਬਿਲਕੁਲ ਹੀ ਸਾਡੇ ਚੇਤਿਆਂ ਦੇ ਵਿੱਚੋਂ ਪਿਛਲੇ ਸਾਰੇ ਸਮੇਂ ਦੇ ਦੌਰਾਨ ਮੰਨਫੀ ਹੋ ਗਈ। ਮੈਂ ਇੱਕ ਹੋਰ ਇਸੇ ਦੇ ਨਾਲ ਹੀ ਸੰਬੰਧਿਤ ਨੁਕਤਾ ਸਾਂਝਾ ਕਰਨਾ ਚਾਹੁੰਦਾ। ਪਿਛਲੇ ਦਿਨਾਂ ਦੇ ਦੌਰਾਨ ਅਖਬਾਰ ਦੇ ਵਿੱਚ ਇੱਕ ਖਬਰ ਸੀਗੀ ਕਿ ਕਾਨਪੁਰ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਵੀ ਉਹਦਾ ਨਿਆਂ ਕਰਨ ਦੇ ਵਾਸਤੇ ਇੱਕ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਉੱਥੋਂ ਦੀ ਸਰਕਾਰ ਨੇ ਬਣਾਈ ਹੈ। ਉਹ ਕਹਿੰਦੇ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਉਹਨੂੰ ਜਾਂਚ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ, ਕਿਉਂਕਿ ਹੁਣ ਸਮਾਂ ਇੰਨਾ ਜ਼ਿਆਦਾ ਲੰਘ ਗਿਆ, ਬਹੁਤੇ ਜਿਹੜੇ ਲੋਕ ਗਵਾਹ ਸੀਗੇ ਉਹਨਾਂ 'ਚੋਂ ਕਈ ਜਹਾਨੋਂ ਹੀ ਰੁਖਸਤ ਹੋ ਗਏ ਆ, ਅਤੇ ਦੋਸ਼ੀਆਂ ਦੀ ਪਛਾਣ ਕਰਨ ਦੇ ਵਿੱਚ ਜਾਂ ਇਹ ਸਾਰੇ ਕਿ ਕੀ ਕਤਲੇਆਮ ਉਹਦੇ ਵੇਰਵੇ ਇਕੱਤਰ ਕਰਨ ਦੇ ਵਿੱਚ ਉਹਨਾਂ ਨੂੰ ਬੜੀ ਦਿੱਕਤ ਆ ਰਹੀ। ਉਹਨਾਂ ਨੇ ਕਿਹਾ ਵੀ ਹੁਣ ਉਹ ਇੱਕ ਜਿਹੜੀ PUCL ਅਤੇ PUDR ਦੋ ਸੰਸਥਾਵਾਂ ਸੀਗੀਆਂ ਮਨੁੱਖੀ ਹੱਕਾਂ ਦੀਆਂ, ਜਿਨ੍ਹਾਂ ਨੇ ਇੱਕ ਰਿਪੋਰਟ ਛਾਪੀ ਸੀ ਹੂ ਆਰ ਗਿਲਟੀ, ਦੋਸ਼ੀ ਕੌਣ, ਉਹ ਉਸ ਰਿਪੋਰਟ ਦੇ ਹਵਾਲੇ ਦੇ ਨਾਲ ਜਾਂ ਉਹਦੀ ਮਦਦ ਲੈ ਰਹੇ ਹੈ ਕਿ ਅਸੀਂ ਉਹਨਾਂ ਦੋਸ਼ੀਆਂ ਦੀ ਸ਼ਨਾਖਤ ਕਰ ਸਕੀਏ ਕਿ ਉਹ ਕਿਹੜੇ ਸੀਗੇ, ਅਤੇ ਉਹਦੇ ਵਿੱਚ ਉਹ ਰਿਪੋਰਟ ਦਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ ਹੈ। ਤਾਂ ਪਿਛਲੇ ਦਿਨਾਂ ਦੇ ਦੌਰਾਨ ਮੈਂ ਇੱਕ ਖਬਰ ਇੱਕ ਬੜੇ ਵੱਡੇ ਕੌਮਾਂਤਰੀ ਅਖਬਾਰ ਦੀ ਦੇਖੀ। ਅਰਜਨ ਦਾਸ ਦੇ ਕਤਲ ਤੋਂ ਜਦੋਂ ਉਹਨੂੰ ਸੋਧਿਆ ਗਿਆ, ਉਹਦੇ ਨਾਲ ਨਿਆਂ ਕੀਤਾ ਗਿਆ ਖਾਲਸਾਈ ਰਵਾਇਤ ਦੇ ਅਨੁਸਾਰ, ਤਾਂ ਉਸ ਤੋਂ ਬਾਅਦ ਦੀ ਉਹ ਖਬਰ ਸੀਗੀ। ਉਸ ਖਬਰ ਦੇ ਵਿੱਚ ਸ਼ਾਇਦ ਉਹ ਨਿਊਯਾਰਕ ਟਾਈਮਜ਼ ਦੀ ਸੀਗੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੋਈ ਸੀ ਕਿ ਜਿਹੜੀਆਂ ਇੰਡੀਆ ਦੀਆਂ ਜਾਂਚ ਏਜੰਸੀਆਂ ਨੇ ਅਤੇ ਖੂਫੀਆ ਏਜੰਸੀਆਂ ਨੇ, ਵੀ ਉਹ ਹੁਣ ਇਹ ਗੱਲ ਦਾ ਉੱਪਰ ਯਕੀਨ ਕਰ ਰਹੀਆਂ ਆ ਕਿ ਜਿਹੜੇ ਇਹ ਸਿੱਖ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇ ਰਹੇ ਆ, ਵੀ ਉਹ ਹੂ ਆਰ ਗਿਲਟੀ ਜਿਹੜੀ ਰਿਪੋਰਟ ਆ ਉਹਦਾ ਇਸਤੇਮਾਲ ਕਰ ਰਹੇ ਆ, ਕਿਉਂਕਿ ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਉਹਨਾਂ ਸਾਰੇ ਬੰਦਿਆਂ ਦੇ ਨਾਂ ਲਿਖ ਦਿੱਤੇ ਸੀਗੇ ਜਿਨ੍ਹਾਂ ਨੇ ਉਹ ਕਤਲੇਆਮ ਜਿਹੜੇ ਆ ਉਹ ਕਰਵਾਏ ਸੀਗੇ। ਸੋ ਇੱਕ ਪਾਸੇ ਸਟੇਟ ਦਾ ਵਰਤਾਰਾ ਆ, ਜਿਹਦੇ ਤਹਿਤ ਉਹ 38 ਸਾਲ ਬਾਅਦ ਉਸ ਰਿਪੋਰਟ ਨੂੰ ਲੈ ਕੇ ਉਹਦੇ ਤੋਂ ਦੋਸ਼ੀਆਂ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਦੂਸਰੇ ਪਾਸੇ ਖਾਲਸਾ ਪੰਥ ਦਾ ਵਰਤਾਰਾ ਆ ਕਿ ਜਿਨ੍ਹਾਂ ਨੇ ਮੌਕੇ ਦੇ ਉੱਪਰ ਜਦੋਂ ਰਿਪੋਰਟ ਆਈ ਸੀਗੀ ਉਹਦੇ ਵਿੱਚੋਂ ਨਾ ਸਿਰਫ ਦੋਸ਼ੀਆਂ ਦੀ ਸ਼ਨਾਖਤ ਕੀਤੀ, ਬਲਕਿ ਉਹਨਾਂ ਦੇ ਨਾਲ ਜੋ ਬਣਦਾ ਨਿਆਂ ਸੀਗਾ ਉਹ ਵੀ ਕੀਤਾ। ਸੋ ਇਸ ਸੰਬੰਧ ਦੇ ਵਿੱਚ ਸਾਨੂੰ ਇਹ ਗੱਲ ਜਿਹੜੀ ਆ, ਜਦੋਂ ਅਸੀਂ ਨਿਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿੰਨੀ ਵੀ ਹਾਲ ਪਾਰਿਆ ਹੁੰਦੀ, ਸ਼ਾਇਦ ਉਹ ਕਿਸੇ ਪੱਧਰ ਦੇ ਉੱਪਰ ਜ਼ਰੂਰੀ ਵੀ ਹੁੰਦੀ ਹੈ, ਪਰ ਉਹਦੇ ਤੋਂ ਵੱਡਾ ਵਰਤਾਰਾ ਜਿਹੜਾ ਗੁਰੂ ਕੇ ਸਿੰਘਾਂ ਨੇ ਵਰਤਾਇਆ, ਔਰ ਅੱਜ ਦੇ ਸਮੇਂ ਦੇ ਵਿੱਚ ਵੀ ਜਦੋਂ ਅਸੀਂ ਵਾਰ-ਵਾਰ ਧਰਨੇ ਮੁਜ਼ਾਹਰੇ ਲਾਉਂਦੇ ਹਾਂ, ਮੋਰਚੇ ਲਾਉਂਦੇ ਹਾਂ, ਅਤੇ ਇਹ ਗੱਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਕਾਨੂੰਨ ਅਨੁਸਾਰ ਇਨਸਾਫ ਕੀਤਾ ਜਾਵੇ, ਅਤੇ ਉਹਨਾਂ ਬੰਦਿਆਂ ਦੀ ਅਸੀਂ ਬਿਲਕੁਲ ਗੱਲ ਹੀ ਨਹੀਂ ਕਰਦੇ ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੋਖੀਆਂ ਨੂੰ, ਜੇਕਰ ਆਪਾਂ ਬੁਰਜ ਜਵਾਹਰ ਸਿੰਘ ਵਾਲੇ ਦੀ ਗੱਲ ਕਰੀਏ ਕਿ ਜਿੱਥੋਂ ਬਿਲਕੁਲ ਮਹਾਰਾਜ ਦਾ ਸਰੂਪ ਚੋਰੀ ਹੋਇਆ ਸੀਗਾ, ਜਿਹਦੀ ਬਰਗਾੜੀ ਦੇ ਵਿੱਚ ਮੁੜ ਕੇ ਬੇਅਦਬੀ ਕੀਤੀ ਗਈ, ਉਹ ਸਰੂਪ ਚੋਰੀ ਕਰਨ ਵਾਲੇ ਨੂੰ ਵੀ ਗੁਰੂ ਕੇ ਸਿੰਘਾਂ ਨੇ ਸੋਧਿਆ। ਆ ਹੁਣ ਦੀਆਂ ਹੀ ਗੱਲਾਂ ਨੇ, ਹੋ ਸਕਦਾ ਆਪਣੇ ਵਿੱਚੋਂ ਕੁਛ ਜਾਣਦੇ ਹੋਣ, ਬਾਕੀਆਂ ਨੂੰ ਇਸ ਗੱਲ ਦਾ ਪਤਾ ਵੀ ਨਾ ਹੋਵੇ। ਜਿਹੜਾ ਸਾਰਾ ਸੂਤਰਧਾਰ ਸੀਗਾ ਮਹਿੰਦਰ ਬਿੱਟੂ, ਉਹਨੂੰ ਵੀ ਗੁਰੂ ਕੇ ਸਿੰਘਾਂ ਨੇ ਉਹਦੇ ਨਾਲ ਜੋ ਇਨਸਾਫ ਕਰਨਾ ਬਣਦਾ ਸੀਗਾ, ਜੋ ਇੱਕ ਗੁਰੂ ਸਾਹਿਬ ਦੀ ਘੋਰ ਬੇਅਦਬੀ ਕਰਨ ਵਾਲੇ ਦੀ ਸਜ਼ਾ ਬਣਦੀ ਹੈ, ਉਹ ਦੇ ਕੇ ਉਹਦੇ ਨਾਲ ਵੀ ਨਿਆਂ ਕੀਤਾ। ਸੋ ਠੀਕ ਆ, ਜਿਹੜੇ ਵੀ ਮੋਰਚੇ ਲੱਗਦੇ ਨੇ ਜਾਂ ਇਸ ਤਰ੍ਹਾਂ ਦੀਆਂ ਨਿਆਂ ਦੀਆਂ ਗੱਲਾਂ ਆਉਂਦੀਆਂ, ਪਰ ਆਪਾਂ ਨੂੰ ਇਹ ਦੋ ਗੱਲਾਂ ਦਾ ਕੰਪੈਰੀਜ਼ਨ ਕਰਕੇ ਵੀ ਜ਼ਰੂਰ ਦੇਖਣਾ ਚਾਹੀਦਾ, ਅਤੇ ਇਹ ਗੱਲ ਮੰਨਣੀ ਚਾਹੀਦੀ ਕਿ ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਸਾਨੂੰ ਇਸ ਗੱਲ ਦਾ ਵੀ ਆਪਦੇ ਮਨ ਦੇ ਵਿੱਚ ਅਹਿਸਾਸ ਰੱਖਣਾ ਚਾਹੀਦਾ ਕਿ ਗੁਰੂ ਅਜੇ ਵੀ ਬਖਸ਼ਿਸ਼ ਕਰਕੇ ਆਪਣੇ ਸਿੱਖਾਂ ਦੇ ਕੋਲੋਂ ਖਾਲਸਾਈ ਨਿਆਂ ਜਿਹੜਾ ਆ ਉਹ ਧਰਤੀ ਦੇ ਉੱਪਰ ਉਜਾਗਰ ਕਰਵਾਉਂਦਾ ਆ। ਉਹ ਸਾਡੇ ਚੇਤੇ ਦੇ ਵਿੱਚੋਂ, ਸਾਡੀ ਗੱਲਬਾਤ ਦੇ ਵਿੱਚੋਂ ਮੰਨਫੀ ਨਹੀਂ ਹੋਣਾ ਚਾਹੀਦਾ। ਇਹ ਗੱਲ ਠੀਕ ਹੈ ਕਿ ਜਿਹੜੇ ਰਾਜ ਨੇ ਉਹਨਾਂ ਨੂੰ ਇਨਸਾਫ ਦੀ ਗੱਲ ਕਰਨੀ, ਉਹ ਜਿਨ੍ਹਾਂ ਨੇ ਕਰਨੀ ਉਹਨਾਂ ਦੇ ਵਾਸਤੇ ਮੁਬਾਰਕ ਹੈਗੀ ਹੈ, ਉਹ ਕਰ ਵੀ ਰਹੇ ਹੈ, ਪਿਛਲੇ ਸਾਰੇ ਸਮੇਂ ਦੇ ਦੌਰਾਨ ਵੀ ਕਰਦੇ ਹੈ,
ਪਰ ਉਹਦੇ ਵਿੱਚੋਂ ਜਿਹੜਾ ਇੱਕ ਪੀੜਤ ਪੁਣੇ ਦਾ ਬਿਰਤਾਂਤ ਭਾਰੂ ਕਰ ਲੈਂਦੇ ਆਪਾਂ, ਉਹਨੂੰ ਆਪਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਮਤਲਬ ਇੱਕ ਚੜ੍ਹਦੀ ਕਲਾ ਵਾਲਾ ਵਰਤਾਰਾ ਜਿਹੜਾ ਸਾਡੇ ਸਾਹਮਣੇ ਵਾਪਰਿਆ ਹੁੰਦਾ, ਉਹਨੂੰ ਜ਼ਰੂਰ ਧਿਆਨ ਦੇ ਵਿੱਚ ਜਿਹੜਾ ਉਹ ਰੱਖਣਾ ਚਾਹੀਦਾ। ਸੋ ਇੱਕ ਇਹ ਹੈਗਾ ਕਿ ਜਿਹੜੀ ਇਹਦੀ ਘੇਰੇ ਦੀ ਗੱਲ ਹੈਗੀ ਆ, ਜਿਹਦੇ ਵਿੱਚੋਂ ਆਪਾਂ ਇੱਕ ਖੇਤਰੀ ਘੇਰੇ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਦੇ ਵਿੱਚ ਵੀ ਕਿਹੜੀਆਂ, ਜਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਵਿਸ਼ਵਾਸ ਦੇ ਕੇਂਦਰਾਂ ਜਾਂ ਸਾਡੇ ਜਿਹੜੇ ਧੁਰੇ ਨੇ ਗੁਰਦੁਆਰਾ ਸਾਹਿਬਾਨ, ਵੀ ਪਹਿਲਾ ਹਮਲਾ ਜਿਹੜਾ ਉਹ ਉੱਥੇ ਹੁੰਦਾ ਰਿਹਾ, ਜਿਨ੍ਹਾਂ ਦੇ ਬਾਰੇ ਦੇ ਵਿੱਚ ਬਹੁਤੀ ਗੱਲ ਜਿਹੜੀ ਆ ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਨਹੀਂ ਹੁੰਦੀ। ਫਿਰ ਇਸੇ ਤਰ੍ਹਾਂ ਵੀ ਕਿਸ ਤਰ੍ਹਾਂ ਜਦੋਂ ਸਰੀਰ ਦੇ ਉੱਪਰ ਵੀ ਹਮਲਾ ਹੋਇਆ ਤੇ ਉਹਦੇ ਵਿੱਚੋਂ ਜਿਹੜੀਆਂ ਸੂਖਮ ਚੀਜ਼ਾਂ ਨੇ, ਜਿਸ ਤਰ੍ਹਾਂ ਕੇਸ ਗੁਰੂ ਦੀ ਮੋਹਰ ਹੈ, ਪਹਿਲਾਂ ਉਹਦੇ ਉੱਪਰ ਹਮਲਾ ਹੋਇਆ, ਫਿਰ ਉਸ ਤੋਂ ਬਾਅਦ 'ਚ ਸਰੀਰਾਂ ਨੂੰ ਖਤਮ ਕਰਨ ਦੀ ਗੱਲ ਜਾਂ ਮਾਰਨ ਦੀ ਜਿਹੜੀ ਗੱਲ ਆ ਉਹ ਕੀਤੀ ਗਈ। ਇੱਕ ਇਹ ਹੈ ਕਿ ਜਿਸ ਤਰ੍ਹਾਂ ਮਨੁੱਖੀ ਵਜੂਦ ਦੇ ਕੁਝ ਆਧਾਰ ਹੁੰਦੇ ਆ, ਜਿਹਦੇ ਵਿੱਚ ਸਾਡਾ ਸਰੀਰ ਹੈ, ਸਾਡੇ ਅੰਦਰ ਜਿਹੜੀ ਇੱਕ ਸ਼ਕਤੀ ਆ ਉਹਨੂੰ ਚਲਾਉਣ ਵਾਲੀ ਸਰੀਰਕ ਸ਼ਕਤੀ, ਉਹ ਸਾਰਾ ਕੁਝ ਹੈ। ਸੋ ਉਹਨੂੰ ਖਤਮ ਕਰਕੇ ਇੱਕ ਸਰੀਰ ਨੂੰ ਖਤਮ ਕੀਤਾ ਜਾਂਦਾ। ਉਸੇ ਤਰੀਕੇ ਦੇ ਨਾਲ ਕਿਸੇ ਸਮੂਹ ਨੂੰ, ਕਿਸੇ ਸਮਾਜ ਨੂੰ ਜਿੰਦਾ ਰੱਖਣ ਦੇ ਵੀ ਕੁਝ ਆਧਾਰ ਹੁੰਦੇ ਆ। ਸੋ ਜਿਹੜਾ ਨਸਲਕੁਸ਼ੀ ਹੈ ਜਾਂ ਜੈਨੋਸਾਈਡ ਆ, ਇਹਦੇ ਵੀ ਦੋ ਪੱਖ ਨੇ। ਇੱਕ ਤਾਂ ਸਰੀਰਕ ਘਾਣ ਨੂੰ ਨਸਲਕੁਸ਼ੀ ਕਿਹਾ ਜਾਂਦਾ, ਜਿਹਨੂੰ ਇੰਟਰਨੈਸ਼ਨਲ ਕਨਵੈਨਸ਼ਨ ਜਿਹੜੀ 1948 ਦੇ ਵਿੱਚ ਹੋਈ, ਉਹਦੀ ਜਿੰਨੀ ਵੀ ਬਹਿਸ ਹੋਈ, ਉਹਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਉਹਦੇ 'ਚ ਦੋ ਪੱਖ ਬਿਲਕੁਲ ਬਰਾਬਰ ਚੱਲ ਰਹੇ ਸੀਗੇ। ਇੱਕ ਪੱਖ ਸਰੀਰਕ ਘਾਣ ਤੱਕ ਸੀਮਤ ਸੀਗਾ, ਉਹਦੇ ਵਿੱਚ ਇਹ ਗੱਲ ਸੀਗੀ ਕਿ ਸਿਰਫ ਜਿਹੜਾ ਸਰੀਰਕ ਘਾਣ ਹੈ, ਸਮੂਹਕ ਕਤਲੇਆਮ ਨੇ ਜਾਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਥੋਪ ਦੇਣੀਆਂ ਕਿ ਜਿਹਦੇ ਨਾਲ ਕਿਸੇ ਸਮੂਹ ਦੀ ਸਰੀਰਕ ਹੋਂਦ ਖਤਮ ਹੋ ਜਾਏ, ਕਿ ਉਹਨੂੰ ਜੈਨੋਸਾਈਡ ਦੇ ਵਜੋਂ ਜਾਂ ਨਸਲਕੁਸ਼ੀ ਦੇ ਵਜੋਂ ਮਾਨਤਾ ਦਿੱਤੀ ਜਾਏ। ਪਰ ਉਹਦੇ ਬਰਾਬਰ ਹੀ ਇੱਕ ਪੱਖ ਇਹ ਸੀਗਾ, ਖਾਸ ਕਰਕੇ ਜਿਹੜੇ ਯਹੂਦੀ ਵਿਦਵਾਨ ਨੇ ਇਹਦੀ ਘਾੜਤ ਕੀਤੀ ਸੀਗੀ, ਉਹਦੇ ਵੱਲੋਂ ਇਹ ਲਿਆਂਦਾ ਗਿਆ ਸੀਗਾ ਕਿ ਬੁਨਿਆਦੀ ਰੂਪ ਦੇ ਵਿੱਚ ਇਹ ਕੋਈ ਸਰੀਰਾਂ ਦੇ ਵਿਰੁੱਧ ਜੁਰਮ ਨਹੀਂ ਹੈਗਾ, ਇਹ ਮਨੁੱਖੀ ਸਮੂਹ ਦੇ, ਇੱਕ ਸਮਾਜ ਦੇ ਜਾਂ ਕੌਮ ਦੇ ਵਿਰੁੱਧ ਜੁਰਮ ਹੈ। ਸੋ ਇਹਦੇ ਵਿੱਚ ਜਿਹੜੇ ਕਤਲੇਆਮ ਕਰਨ ਵਾਲੇ ਹੁੰਦੇ, ਇਹ ਮੰਨਦੇ ਹੀ ਹੁੰਦੇ ਤਕਰੀਬਨ ਕਿ ਸਾਰੇ ਬੰਦੇ ਨਹੀਂ ਮੁਕਾਏ ਜਾਣੇ, ਪਰ ਉਹ ਬੁਨਿਆਦੀ ਰੂਪ ਦੇ ਵਿੱਚ ਕਿਸੇ ਵੀ ਜਿਹੜੇ ਸਮਾਜ ਦੇ ਉੱਪਰ ਨਸਲਕੁਸ਼ੀ ਦਾ ਜਿਹੜਾ ਕਹਿਰ ਹੈ ਉਹ ਵਰਤਾਇਆ ਜਾਂਦਾ ਹੈ, ਉਹ ਉਹਨਾਂ ਦਾ ਬੁਨਿਆਦੀ ਟੀਚਾ ਇਹ ਹੁੰਦਾ ਕਿ ਇਹਨਾਂ ਦੇ ਸਮਾਜ ਦੀਆਂ, ਇਹਨਾਂ ਦੇ ਕੌਮ ਦੀਆਂ ਜਿਹੜੀਆਂ ਬੁਨਿਆਦਾਂ ਨੇ, ਜਿਹੜੀ ਇੱਕ ਸਮੂਹ ਦੀ ਜੀਵਨ ਆਧਾਰ ਹੈਗਾ, ਉਹਨਾਂ ਨੂੰ ਖਤਮ ਕੀਤਾ ਜਾਵੇ। ਉਹਦੇ ਵਿੱਚ ਜਿਹੜੇ ਪ੍ਰਮੁੱਖ ਰੂਪ ਦੇ ਵਿੱਚ ਆਪਾਂ ਗਿਣਦੇ ਹਾਂ, ਉਹਨਾਂ ਦੇ ਵਿੱਚ ਵਿਸ਼ਵਾਸ, ਜਿਹੜੇ ਧਰਮ ਆਧਾਰਿਤ ਸਮੂਹ ਨੇ, ਉਹਨਾਂ ਦੇ ਵਿੱਚ ਸਭ ਤੋਂ ਮੁੱਢਲੀ ਗੱਲ ਜਿਹੜੀ ਆ ਉਹ ਵਿਸ਼ਵਾਸ ਦੀ ਹੈ, ਕਿਉਂਕਿ ਉਹਦੇ ਵਿੱਚੋਂ ਹੀ ਤੁਹਾਡੇ ਅੰਦਰ ਉਹ ਮਨੋਬਲ ਪੈਦਾ ਹੁੰਦਾ, ਉਹ ਇੱਕ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਹੁੰਦਾ, ਜ਼ੁਲਮ ਦੇ ਨਾਲ ਲੜਨ ਦੀ ਜਿਹੜੀ ਭਾਵਨਾ ਆ ਉਹ ਪੈਦਾ ਹੁੰਦੀ। ਸੋ ਸਭ ਤੋਂ ਪਹਿਲਾ ਹਮਲਾ ਤਾਂ ਜਿਹੜਾ ਹੁੰਦਾ ਉਹ ਉਸ ਮਨੋਬਲ ਨੂੰ ਡੇਗਣਾ, ਇੱਕ ਢਹਿੰਦੀ ਕਲਾ ਦੇ ਵਿੱਚ ਲੈ ਕੇ ਆਉਣਾ, ਨਸਲਕੁਸ਼ੀ ਦੇ ਵਿੱਚ ਸਭ ਤੋਂ ਮੁੱਢਲਾ, ਜਾਂ ਇੱਕ ਹੀਣ ਭਾਵਨਾ ਪੈਦਾ ਕਰਨੀ, ਇੱਕ ਵਿਕਟਮ ਮੈਂਟੈਲਿਟੀ ਜਿਹੜੀ ਆ ਉਹ ਉਸ ਸਮੂਹ ਦੇ ਵਿੱਚ ਥੋਪ ਦੇਣੀ, ਇਹ ਕਹਿ ਦੇਣਾ ਵੀ ਬਹੁਤ ਜ਼ਿਆਦਾ ਜ਼ੁਰਮ ਹੋਇਆ, ਕੁਛ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਆਉਣਾ, ਉਹਦਾ ਇੱਕ ਹਮਲੇ ਦਾ ਰੂਪ ਜਿਹੜਾ ਆ ਉਹ ਇਹ ਹੁੰਦਾ। ਸਰੀਰਕ ਘਾਣ ਵੀ ਬੁਨਿਆਦੀ ਤੌਰ ਦੇ ਉੱਪਰ ਨਸਲਕੁਸ਼ੀ ਦੇ ਵਿੱਚ ਸਿਰਫ ਇਸੇ ਕਰਕੇ ਕੀਤਾ ਜਾਂਦਾ ਕਿਉਂਕਿ ਜਦੋਂ ਕੋਈ ਵੀ ਸਮਾਜ ਦੇ ਉੱਪਰ ਹਮਲਾ ਹੁੰਦਾ ਤਾਂ ਉਹਦੇ ਨਾਲ ਲੜਾਈ ਲੜਦਾ। ਜਿਸ ਤਰ੍ਹਾਂ ਮਨੁੱਖੀ ਸਰੀਰ ਦੇ ਵਿੱਚੋਂ ਆਪਾਂ ਇਹ ਉਦਾਹਰਨ ਲੈਂਦੇ ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਕਰੋਨਾ ਨਾਂ ਦੀ ਇੱਕ ਬਿਮਾਰੀ ਆਈ, ਉਹਦੇ ਵਿੱਚ ਆਇਆ ਕਿ ਜਿਹੜੇ ਫੇਫੜਿਆਂ ਦੇ ਉੱਪਰ ਹਮਲਾ ਹੁੰਦਾ ਸੀਗਾ ਉਹ ਬੇਸਿਕਲੀ ਇਮਿਊਨ ਸਿਸਟਮ ਦੇ ਓਵਰ ਰਿਐਕਸ਼ਨ ਕਰਕੇ ਹੋ ਜਾਂਦਾ ਸੀ, ਕਿ ਜਦੋਂ ਵਾਇਰਸ ਜਾਂਦਾ ਸੀਗਾ ਜਿਹੜਾ ਇਮਿਊਨ ਸਿਸਟਮ ਆ ਉਹ ਓਵਰ ਰਿਐਕਟ ਕਰਦਾ ਸੀਗਾ, ਉਹ ਵਾਇਰਸ ਦੇ ਨਾਲ ਆਪਣੀ ਜਿਹੜੀ ਉਹਨੂੰ ਬਚਾ ਕੇ ਰੱਖਣ ਦੀ ਜਿਹੜੀ ਸਮਰੱਥਾ ਸੀਗੀ, ਜਾਂ ਫੇਫੜਿਆਂ ਨੇ ਜਿਹੜਾ ਆਪਣਾ ਕੰਮ ਕਰਨਾ ਹੁੰਦਾ ਸੀ ਸਾਹ ਦਾ, ਉਹਦੇ ਲਈ ਲੋੜੀਂਦਾ ਜਿਹੜਾ ਤੰਤਰ ਸੀਗਾ, ਜਿਹੜਾ ਇੱਕ ਝਿੱਲੀ ਦੇ ਰੂਪ ਦੇ ਵਿੱਚ ਹੁੰਦਾ, ਉਹਨੂੰ ਵੀ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਸੀ, ਅਤੇ ਉਹਦੇ ਕਰਕੇ ਫਿਰ ਬੰਦਿਆਂ ਨੂੰ ਸਾਹ ਦੀ ਦਿੱਕਤ ਆਉਂਦੀ ਸੀ, ਘੁੱਟਣ ਹੁੰਦੀ ਸੀ, ਬੰਦੇ ਜਿਹੜੇ ਆ ਉਹ ਖਤਮ ਹੋ ਜਾਂਦੇ ਸੀਗੇ। ਇਸੇ ਤਰ੍ਹਾਂ ਹੀ ਜਦੋਂ ਕਿਸੇ ਸਮਾਜ ਦੇ ਉੱਪਰ ਹਮਲਾ ਕੀਤਾ ਜਾਂਦਾ ਤਾਂ ਉਹਦਾ ਮਨੋਵਿਗਿਆਨਕ ਪੱਖ ਇਹ ਹੁੰਦਾ ਹੈ ਕਿ ਜਿਹੜੇ ਇਹਨਾਂ ਦੇ ਚੜ੍ਹਦੀ ਕਲਾ ਦੇ ਸੋਮੇ ਹੈਗੇ ਆ ਉਹਨਾਂ ਨੂੰ ਸੁਕਾ ਦਿੱਤਾ ਜਾਵੇ। ਉਹਦੇ ਵਿੱਚੋਂ ਫਿਰ ਬੰਦਾ ਇੱਕ ਆਪਣੇ ਬਾਰੇ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਾੜਤ ਵਿਕਟਮ ਮੈਂਟੈਲਿਟੀ ਵਾਲੀ ਬਣਦੀ ਹੈ ਕਿ ਜਿਹਦੇ ਵਿੱਚੋਂ
ਜਿਹੜੀਆਂ ਚੀਜ਼ਾਂ ਸਾਡੇ ਮਜ਼ਬੂਤੀ ਦਾ ਆਧਾਰ ਹੁੰਦੀਆਂ ਉਹ ਬਿਲਕੁਲ ਹੀ ਸਾਡੇ ਤੋਂ ਅੱਖੋਂ ਪਰੋਖੇ ਰਹਿ ਜਾਂਦੀਆਂ, ਜਿਨ੍ਹਾਂ ਦੇ ਵਿੱਚੋਂ ਆਪਾਂ ਖਾਲਸਾਈ ਨਿਆਂ ਵਾਲੀ ਗੱਲ ਪਹਿਲਾਂ ਕੀਤੀ ਹੈ ਕਿ ਜਿਹੜਾ ਉਹ ਨਿਆਂ ਦਾ ਵਰਤਾਰਾ ਵਰਤਾਇਆ ਗਿਆ ਉਹ ਲਗਭਗ ਹੁਣ ਸਾਡੇ ਬਿਰਤਾਂਤ ਦੇ ਵਿੱਚੋਂ ਬਾਹਰ ਹੁੰਦਾ ਜਾ ਰਿਹਾ ਹੈ। ਸੋ ਇੱਕ ਗੱਲ ਤਾਂ ਇਹ ਹੈ ਜਿਹੜਾ ਉਹਦਾ ਮਨੋਵਿਗਿਆਨਕ ਪੱਖ ਹੈ। ਇੱਕ ਇਹ ਆ ਕਿ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਥੂਲ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਵੀ ਸਮਾਜ ਦੀ ਜੀਵਨ ਹੋਂਦ ਨੂੰ ਬਰਕਰਾਰ ਰੱਖਣ ਦੇ ਵਾਸਤੇ ਜ਼ਰੂਰੀ ਹੁੰਦੀਆਂ, ਇੱਕ ਸਮਾਜ ਵਜੋਂ ਜਾਂ ਇੱਕ ਭਾਈਚਾਰੇ ਵਜੋਂ, ਇੱਕ ਆਮ ਲਫ਼ਜ਼ਾਂ ਦੇ ਵਿੱਚ ਆਪਾਂ ਕਹਿ ਲੈਂਦੇ ਹਾਂ ਕੌਮ ਦੇ ਵਜੋਂ। ਸੋ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ। ਸੋ ਇਹ ਸੂਖਮ ਅਮਲ ਹੁੰਦਾ ਜਿਹਦੇ ਵਿੱਚ ਪ੍ਰਮੁੱਖ ਰੂਪ 'ਚ ਜਿਹੜੀਆਂ ਗਿਣੀਆਂ ਜਾਂਦੀਆਂ ਉਹ ਤੁਹਾਡੇ ਸਮਾਜਿਕ ਸੰਸਥਾਵਾਂ, ਤੁਹਾਡੀ ਆਰਥਿਕਤਾ, ਤੁਹਾਡੀਆਂ ਰਾਜਨੀਤਿਕ ਸੰਸਥਾਵਾਂ ਅਤੇ ਤੁਹਾਡੀ ਨੈਤਿਕਤਾ। ਇਹ 4-5 ਪੱਖ ਜਿਹੜੇ ਆ ਉਹ ਗਿਣੇ ਜਾਂਦੇ ਆ। ਫਿਰ ਉਹਦੇ ਵਿੱਚੋਂ ਜਿਹੜੇ ਸਮਾਜ ਦੇ ਵੀ ਆਪਾਂ ਨੂੰ ਪਤਾ ਕਿ ਇੱਕੋ ਪੀੜ੍ਹੀ ਤਾਂ ਵਿਚਰ ਨਹੀਂ ਰਹੀ ਹੁੰਦੀ, ਉਹਨਾਂ ਦੇ ਵਿੱਚੋਂ ਖਾਸ ਕਰਕੇ ਜਿਹੜਾ ਨੌਜਵਾਨਾਂ ਦਾ ਵਰਗ ਹੁੰਦਾ ਉਹ ਵੀ ਇੱਕ ਅਹਿਮ ਇਸ ਤਰ੍ਹਾਂ ਦੀ ਬੁਨਿਆਦ ਹੁੰਦੀ ਜਿਹਦੇ ਉੱਪਰ ਕੋਈ ਵੀ ਸਮਾਜ ਜਿਹੜਾ ਉਹ ਟਿਕ ਕੇ ਰਹਿੰਦਾ ਆ। ਜਦੋਂ 2017 ਦੀ ਇਲੈਕਸ਼ਨ ਪੰਜਾਬ ਦੇ ਵਿੱਚ ਹੋਣੀ ਸੀ, ਉਦੋਂ ਸਕਰੋਲ ਦੇ ਵਾਸਤੇ ਇੱਕ ਪੱਤਰਕਾਰ ਕੰਮ ਕਰਦਾ ਸੀ ਰਾਜਸ਼ੇਖਰ, ਉਹ ਚੰਡੀਗੜ੍ਹ ਆਇਆ। ਉਹਨੇ ਸਿੱਖ ਸਿਆਸਤ ਤੋਂ ਪੜ੍ਹਦਾ ਦੇਖਦਾ ਸੀਗਾ, ਉਹਨੇ ਸੰਪਰਕ ਕੀਤਾ। ਉਹ ਕਹਿੰਦਾ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਚੰਡੀਗੜ੍ਹ ਜਾ ਕੇ ਉਹਨੂੰ ਮਿਲਿਆ। ਉਹਨੂੰ ਦੱਸਿਆ, ਉਹ ਕਹਿੰਦਾ ਵੀ ਮੈਂ ਪਹਿਲਾਂ ਇਕਨੋਮਿਕ ਟਾਈਮਜ਼ ਵਿੱਚ ਕੰਮ ਕੀਤਾ, ਹੋਰ 2-3 ਵੱਡੇ ਅਖਬਾਰਾਂ ਦਾ ਉਹਨੇ ਨਾਂ ਲਿਆ। ਉਹ ਕਹਿੰਦਾ ਵੀ ਮੈਂ ਹੁਣ ਇੱਕ ਇਹ ਕੰਮ ਕਰ ਰਿਹਾ ਕਿ ਇੰਡੀਆ ਦੇ ਵਿੱਚ ਜਿੱਥੇ ਜਿੱਥੇ ਵੀ ਮਿਲੀਟੈਂਸੀ ਰਹੀ ਹੈ, ਜਿੱਥੇ ਖਾੜਕੂ ਸੰਘਰਸ਼ ਰਹੇ ਨੇ, ਵੀ ਉਹਨਾਂ ਦੀਆਂ ਵਿੱਚ ਜਿਹੜੀਆਂ ਸੂਬਾਈ ਇਲੈਕਸ਼ਨਾਂ ਹੁੰਦੀਆਂ ਮੈਂ ਉਹ ਕਵਰ ਕਰਦਾ ਹਾਂ। ਅਤੇ ਉਹ ਕਹਿੰਦਾ ਵੀ ਮੈਂ ਇਹ ਤੋਂ ਪਹਿਲਾਂ ਮਨੀਪੁਰ ਦੇ ਵਿੱਚ ਕੀਤੀ ਹੋਈ, ਹੋਰ ਵੀ ਉਹਨੇ ਸੂਬੇ ਗਿਣਾਏ ਵੀ ਉੱਥੇ ਜਿਹੜੀ ਸਟੇਟ ਇਲੈਕਸ਼ਨ ਹੈ ਉਹ ਮੈਂ ਕਵਰ ਕਰਦਾ, ਅਤੇ ਹੁਣ ਮੈਂ ਪੰਜਾਬ ਦੇ ਵਾਸਤੇ ਆਇਆ। ਉਹਦੇ ਚਲੋ ਸਵਾਲ ਸੀਗੇ ਕੁਛ। ਮੈਂ ਉਹਨੂੰ ਪੁੱਛਿਆ, ਮੈਂ ਵੀ ਤੂੰ ਕੀ ਮਤਲਬ ਤੇਰੀ ਕੀ ਸਟੱਡੀ ਹੈਗੀ? ਉਹ ਕਹਿੰਦਾ ਮੈਂ ਇਹ ਦੇਖਿਆ ਵੀ ਇੱਥੇ ਬਹੁਤ ਸਾਰੀਆਂ ਪ੍ਰੋਬਲਮਾਂ, ਜਿੱਥੇ ਜਿੱਥੇ ਵੀ ਲੋਕ ਇੰਡੀਆ ਦੇ ਵਿੱਚੋਂ ਇੰਸਰਜੈਂਸੀਜ਼ ਉੱਠੀਆਂ ਜਾਂ ਖਾੜਕੂ ਲਹਿਰਾਂ ਉੱਠੀਆਂ ਜਿਨ੍ਹਾਂ ਨੇ ਸਟੇਟ ਦੇ ਖਿਲਾਫ ਲੜਾਈ ਕੀਤੀ, ਵੀ ਉਹਨਾਂ ਦੇ ਹੁਣ ਦੇ ਜਿਹੜੇ ਹਾਲਾਤ ਆ ਉਹ ਸਾਰਿਆਂ ਦੇ ਹੀ ਬਹੁਤ ਜ਼ਿਆਦਾ ਮੇਲ ਖਾਂਦੇ ਆ। ਉਹਦੇ ਵਿੱਚੋਂ ਉਹਨੇ ਇੱਕ ਨੁਕਤਾ ਜਿਹੜਾ ਗਿਣਾਇਆ, ਉਹ ਕਹਿੰਦਾ ਵੀ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਹੀ ਜਿਹੜੀ ਯੂਥ ਆ ਉਹ ਨਸ਼ੇ ਦੇ ਉੱਤੇ ਲੱਗੀ ਹੋਈ ਹੈ। ਉਹ ਕਹਿੰਦਾ ਵੀ ਈਵਨ ਜਿਹੜੇ ਗੁਆਂਢੀ ਸੂਬੇ ਨੇ ਜਿੱਥੇ ਮਿਲੀਟੈਂਸੀ ਦੀ ਪ੍ਰੋਬਲਮ ਨਹੀਂ ਆਈ, ਵੀ ਉਹਨਾਂ ਸੂਬਿਆਂ ਦੇ ਵਿੱਚ ਨਸ਼ੇ ਉਨੀ ਜ਼ਿਆਦਾ ਭਿਆਨਕਤਾ ਦੇ ਰੂਪ ਦੇ ਵਿੱਚ ਨਹੀਂ ਹੈਗੇ। ਜਿਹੜੇ ਸੂਬਿਆਂ ਦੇ ਵਿੱਚ ਇਹ ਸੀ, ਉਹਨਾਂ ਸੂਬਿਆਂ ਦੇ ਵਿੱਚ ਨਸ਼ੇ ਜਿਹੜੇ ਆ ਉਹ ਮਤਲਬ ਜ਼ਿਆਦਾ ਹੈਗੇ। ਉਹ ਕਹਿੰਦਾ ਵੀ ਪੰਜਾਬ ਦੇ ਵਿੱਚ ਵੀ ਆ, ਮਨੀਪੁਰ ਦੇ ਵਿੱਚ ਵੀ ਆ, ਹੋਰ ਵੀ ਉਹਨੇ ਦੱਸਿਆ। ਉਹ ਕਹਿੰਦਾ ਵੀ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਇਹ ਹੈਗਾ। ਸੋ ਇਹ ਇੱਕ ਸਾਡੇ ਲਈ ਸਮਝਣ ਵਾਲੀ ਗੱਲ ਹੈਗੀ ਕਿ ਜਿਹੜਾ ਕਿਸੇ ਵੀ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਨੌਜਵਾਨੀ, ਉਹਨੂੰ ਕਿਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾਂਦਾ। ਹਰਿਆਣੇ ਦੇ ਵਿੱਚ ਹੁਣ ਮਤਲਬ ਤੁਸੀਂ ਦੇਖੋ ਕਿ ਉੱਥੇ ਜਿਹੜੇ ਮਾਰੂ ਨਸ਼ਿਆਂ ਦੀ ਮਾਰ ਆ ਉਹ ਕਿਸਾਨੀ ਅੰਦੋਲਨ ਤੋਂ ਬਾਅਦ ਹੁਣ ਵਧਣੀ ਸ਼ੁਰੂ ਹੋਈ ਹੈ। ਹੁਣ ਕੁਛ ਇੱਕ ਬੰਦੇ ਹਰਿਆਣੇ ਦੇ ਵਿੱਚੋਂ ਮਿਲਦੇ ਆ ਜਿਹੜੇ ਦੱਸਦੇ ਆ ਵੀ ਜਿਹੜਾ ਚਿੱਟਾ ਜਾਂ ਇਸ ਤਰ੍ਹਾਂ ਦੇ ਜਿਹੜੇ ਘਾਤਕ ਨਸ਼ੇ ਹੈਗੇ ਵੀ ਉਹ ਹਰਿਆਣੇ 'ਚ ਆ ਰਹੇ। ਨਹੀਂ ਤਾਂ ਪਿਛਲੇ 15 ਸਾਲਾਂ ਤੋਂ ਤੁਸੀਂ ਲਾ ਲਓ ਕਿ ਬਿਲਕੁਲ ਨਾਲ ਲੱਗਦਾ ਬਾਰਡਰ ਆ, ਇੱਕੋ ਹੀ ਸੂਬਾ ਮੰਨਿਆ ਜਾਂਦਾ ਸੀਗਾ। ਸੋ ਉੱਥੇ ਉਸ ਤਰ੍ਹਾਂ ਦਾ ਡਿਸਟ੍ਰੀਬਿਊਸ਼ਨ ਨੈਟਵਰਕ ਨਹੀਂ ਸੀਗਾ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਬਣਿਆ ਹੋਇਆ। ਔਰ ਕਿੰਨੀ ਉਹਦੇ ਵਿੱਚ ਸਰਕਾਰੀ ਤੰਤਰ ਦੀ ਸ਼ਮੂਲੀਅਤ ਆ। ਤੁਸੀਂ ਅਖਬਾਰਾਂ ਹੀ ਪੜ੍ਹੀ ਚੱਲੋ, ਹੋਰ ਕੁਛ ਕਰਨ ਦੀ ਲੋੜ ਨਹੀਂ ਹੈਗੀ। ਅਖਬਾਰਾਂ ਦੇ ਵਿੱਚ ਬੜੀ ਫਿਲਟਰ ਹੋ ਕੇ ਗੱਲ ਆਈ ਹੁੰਦੀ, ਪਰ ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਸ ਤਰੀਕੇ ਦੇ ਨਾਲ ਸਾਰੀ ਸ਼ਮੂਲੀਅਤ ਦੇ ਨਾਲ ਇਹ ਨੈਟਵਰਕ ਜਿਹੜਾ ਆ ਉਹ ਖੜਾ ਹੁੰਦਾ ਅਤੇ ਕਿੱਦਾਂ ਉਹਨੂੰ ਬਚਾ ਕੇ ਰੱਖਿਆ ਜਾਂਦਾ, ਕਿਸ ਤਰੀਕੇ ਦੇ ਨਾਲ ਇਹ ਸਾਰਾ ਚੱਲ ਰਿਹਾ। ਸੋ ਇੱਕ ਤਾਂ ਨੌਜਵਾਨੀ ਹੈ। ਦੂਜਾ ਇਹ ਹੈਗਾ ਕਿ ਜਿਹੜੇ ਸਮਾਜਿਕ ਅਦਾਰੇ ਹੁੰਦੇ ਨੇ ਜਾਂ ਸੰਸਥਾਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਬੁਨਿਆਦੀ ਰੂਪ ਦੇ ਵਿੱਚ ਸਰਕਾਰ ਜਾਂ ਤਾਂ ਨਿਸਤੋ ਨਾਬੂਦ ਕਰਦੀ ਹੈ ਜਾਂ ਇਸ ਤਰੀਕੇ ਦੇ ਨਾਲ ਢਾਲ ਲੈਂਦੀ ਹੈ ਕਿ ਤੁਹਾਡੀਆਂ ਹੀ ਸੰਸਥਾਵਾਂ ਤੁਹਾਡੇ ਹੀ ਵਿਰੁੱਧ ਜਿਹੜਾ ਅਮਲ ਹੈ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੀਆਂ। ਸਮਾਜਿਕ ਸੰਸਥਾਵਾਂ ਵੀ, ਰਾਜਨੀਤਿਕ ਸੰਸਥਾਵਾਂ ਵੀ। ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਪੰਜਾਬ ਦੇ ਜਾਂ ਸਿੱਖਾਂ ਦੇ ਸੰਬੰਧ ਦੇ ਵਿੱਚ, ਆਪਾਂ ਸਿੱਖਾਂ ਦੀ ਹੀ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਵੀ ਪੋਲੀਟੀਕਲ ਅਤੇ ਸਮਾਜਿਕ ਸੰਸਥਾਵਾਂ ਦੇ ਹਾਲਾਤ ਨੇ ਜਿਹੜੇ ਗੁਰਦੁਆਰਾ ਪ੍ਰਬੰਧੀਆਂ ਸੰਸਥਾਵਾਂ ਦੇ ਨੇ, ਜਿਹੜੀਆਂ ਸਾਡੀ ਰਾਜਨੀਤਿਕ ਪਾਰਟੀ ਦੀਆਂ ਜਾਂ ਰਾਜਨੀਤੀ ਦੇ ਵਿੱਚ ਪ੍ਰਮੁੱਖ ਧਿਰਾਂ ਦੇ ਹੈਗੇ ਆ, ਉਹਨਾਂ ਨੂੰ ਤੁਸੀਂ ਦੇਖ ਲਓ। ਗੱਲ ਬੜੀ ਵਿਆਪਕਤਾ ਦੇ ਨਾਲ ਜਿਹੜੀ ਆ ਉਹ ਸਮਝ ਦੇ ਵਿੱਚ ਆ ਜਾਂਦੀ ਕਿ ਪਿਛਲੇ ਸਾਰੇ ਸਮੇਂ ਦੇ ਦੌਰਾਨ ਜਿਹੜੀ ਇੱਕ ਰਾਜਨੀਤਿਕ ਧਿਰ
ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਜਾਂ ਬਾਦਲ ਦਲ ਦੇ ਰੂਪ ਦੇ ਵਿੱਚ ਸਟੇਟ ਨੇ ਅਡਾਪਟ ਕੀਤੀ ਹੋਈ ਸੀਗੀ, ਕਿੱਦਾਂ ਉਹਨਾਂ ਨੂੰ ਇਸਤੇਮਾਲ ਕਰਕੇ ਸਾਡੀਆਂ ਜਿਹੜੀਆਂ ਮੁੱਢਲੀਆਂ ਸੰਸਥਾਵਾਂ ਸੀਗੀਆਂ ਉਹਨਾਂ ਦੀ ਹੀ ਭਰੋਸੇਯੋਗਤਾ ਉਹਨਾਂ ਨੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਖੋਰੀ। ਕੋਈ ਇਹ ਗੱਲ ਤਸਲੀਮ ਕਰ ਸਕਦਾ ਸੀਗਾ, ਮੰਨੀ ਜਾ ਸਕਦੀ ਸੀਗੀ ਕਿ ਸਿਰਸੇ ਵਾਲੇ ਵਰਗੇ ਗੁਰੂ ਦੋਖੀ ਨੂੰ ਬਿਨ ਮੰਗੀ ਮੁਆਫੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਤੋਂ ਦਿੱਤੀ ਜਾ ਸਕਦੀ? ਪਰ ਆਪਣੇ ਸਾਹਮਣੇ ਹੀ ਇਹ ਗੱਲ ਜਿਹੜੀ ਹੈ ਉਹ ਵਾਪਰੀ। ਫਿਰ ਤੁਸੀਂ ਉਹਦਾ ਅਸਰ ਦੇਖੋ। ਉਹਦਾ ਅਸਰ ਇਹ ਹੋਇਆ ਕਿ ਹਰ ਤਰ੍ਹਾਂ ਦੀ ਆਪਣੀਆਂ ਸੰਸਥਾਵਾਂ ਤੋਂ, ਹਰ ਤਰ੍ਹਾਂ ਦੀ ਸੰਸਥਾ ਤੋਂ ਭਰੋਸਾ ਜਿਹੜਾ ਸੀਗਾ ਉਹ ਸਿੱਖਾਂ ਦਾ ਚੱਕਿਆ ਗਿਆ, ਕਿਉਂਕਿ ਜਦੋਂ ਬਿਲਕੁਲ ਕੇਂਦਰੀ ਧੁਰੇ ਤੋਂ ਇਸ ਤਰ੍ਹਾਂ ਦੇ ਫੈਸਲੇ ਆਉਣੇ ਸ਼ੁਰੂ ਹੋ ਗਏ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਮਝਣ ਵਾਲੀ ਗੱਲ ਹੈਗੀ ਕਿ ਇੱਥੇ ਸਿੱਖਾਂ ਦੀਆਂ ਰਾਜਨੀਤਿਕ ਸੰਸਥਾਵਾਂ ਨੂੰ ਜਾਂ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਉਸ ਤਰੀਕੇ ਦੇ ਨਾਲ ਕੋਈ ਪਾਬੰਦੀਸ਼ੁਦਾ ਕਰਕੇ ਅਮਲ ਨਹੀਂ ਬੇਸ਼ੱਕ ਲਿਆਂਦਾ ਗਿਆ, ਪਰ ਉਹਨਾਂ ਦਾ ਚਰਿੱਤਰ ਬਦਲਣ ਦਾ ਜਾਂ ਉਹਦਾ ਕਰੈਕਟਰ ਹੀ ਇਸ ਤਰੀਕੇ ਦੇ ਨਾਲ ਬਦਲ ਗਿਆ ਕਿ ਜਿਹੜੀਆਂ ਚੀਜ਼ਾਂ ਸਾਡੀਆਂ ਬੁਨਿਆਦਾਂ ਸੀਗੀਆਂ ਉਹ ਕਮਜ਼ੋਰ ਕੀਤੀਆਂ ਗਈਆਂ। ਉਹ ਕਮਜ਼ੋਰ ਕਰਨ ਦੇ ਨਾਲ ਇਹ ਗੱਲ ਜਿਹੜੀ ਉਹ ਵਾਪਰੀ। ਇੱਕ ਗੱਲ ਜਿਹੜੀ ਆਰਥਿਕਤਾ ਵਾਲੀ ਹੈ, ਇਹ ਵੀ ਆਪਾਂ ਨੂੰ ਜ਼ਰੂਰ ਦੇਖਣੀ ਚਾਹੀਦੀ। ਜਿਹੜਾ ਨਵੰਬਰ 1984 ਦਾ ਕਤਲੇਆਮ ਹੋਇਆ, ਉਹਦੇ ਵਿੱਚ ਆਰਥਿਕ ਪੱਖ ਤੋਂ ਜਿਹੜਾ ਨੁਕਸਾਨ ਹੋਇਆ, ਇਹ ਗੱਲ ਠੀਕ ਹੈ ਕਿ ਆਪਾਂ ਮਾਇਆ ਨੂੰ ਉਸ ਤਰ੍ਹਾਂ ਦੇ ਨਾਲ ਨਹੀਂ ਦੇਖਦੇ, ਆਪਾਂ ਬਹੁਤਾ ਜ਼ਿਆਦਾ ਇਸ ਗੱਲ ਦਾ ਹਿਸਾਬ ਕਿਤਾਬ ਜਿਹੜਾ ਆ ਉਹ ਨਹੀਂ ਲਾਉਂਦੇ, ਪਰ ਕਿਸੇ ਵੀ ਸਮਾਜ ਦੇ ਵਾਸਤੇ ਸਥਿਰ ਰਹਿਣ ਦੇ ਲਈ, ਜਿਹੜਾ ਆਪਦਾ ਗੁਜ਼ਰਾਨ ਚਲਾਉਣ ਦੇ ਲਈ, ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਵਾਸਤੇ ਜਿਹੜਾ ਆਰਥਿਕ ਢਾਂਚਾ ਆ ਉਹ ਵੀ ਮਾਇਨੇ ਰੱਖਦਾ ਹੁੰਦਾ ਆ। ਔਰ ਜਿੰਨੇ ਵੱਡੇ ਪੱਧਰ ਦੇ ਉੱਪਰ ਸਿੱਖਾਂ ਦੀ ਸਮਰੱਥਾ ਉਸ ਸਮੇਂ ਸੀਗੀ, ਚਾਹੇ ਉਹ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਕੰਸਟਰਕਸ਼ਨ ਦੇ ਹੋਵੇ, ਜਾਂ ਜਿੰਨੇ ਵਪਾਰ ਦੇ ਸੰਬੰਧ ਦੇ ਵਿੱਚ, ਸੋ ਤੁਸੀਂ ਦੇਖੋ ਕਿ ਜਿੰਨਾ ਵੀ ਇਹ ਹਿੱਸਾ ਸੀਗਾ ਆਰਥਿਕ ਤੌਰ ਦੇ ਉੱਪਰ ਮਜ਼ਬੂਤ, ਉਹਨਾਂ ਸਾਰਿਆਂ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਆਰਥਿਕ ਨੁਕਸਾਨ ਹੋਇਆ। ਸੋ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਗਾ। ਔਰ ਪੰਜਾਬ ਨੂੰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਆਰਥਿਕਤਾ ਦੇ ਵਿੱਚ ਜਿੰਨਾ ਪੋਟੈਂਸ਼ੀਅਲ ਸੀਗਾ ਅੱਗੇ ਵਧਣ ਦਾ, ਉਹਨੂੰ ਸੰਗਲ ਮਾਰ ਕੇ ਨੂੜ ਕੇ ਰੱਖਿਆ ਗਿਆ ਆ। ਅਤੇ ਜਿੰਨਾ ਪੰਜਾਬ ਦੇ ਖਿੱਤੇ ਦਾ ਆਪ ਦੀ ਭੂਗੋਲਿਕ ਸਥਿਤੀ ਕਰਕੇ ਇੱਕ ਵਪਾਰ ਦਾ ਸਦੀਆਂ ਤੋਂ ਹੁਣ ਵੀ ਮਹੱਤਵਪੂਰਨ ਰਾਹ ਰਿਹਾ ਹੋਣ ਕਰਕੇ, ਤੁਸੀਂ ਦੇਖੋ ਪਿੱਛੇ ਜੇ SCO ਦੀ ਜਿਹੜੀ ਮੀਟਿੰਗ ਆ, ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਦੀ, ਉਹ ਮੀਟਿੰਗ ਹੋਈ ਤਾਂ ਨਰਿੰਦਰ ਮੋਦੀ ਨੇ ਉਹਦੇ ਵਿੱਚ ਜਿਹੜਾ ਨੁਕਤਾ ਰੱਖਿਆ, ਉਹ 'ਚੋਂ ਇੱਕ ਪ੍ਰਮੁੱਖ ਨੁਕਤਾ ਜਿਹੜਾ ਉਹ ਇਹ ਸੀਗਾ ਕਿ ਜਿਹੜੀਆਂ SCO ਮੁਲਕ ਹੈਗੇ ਨੇ, ਜਿਹੜੇ ਵੀ ਮੁਲਕ ਉਹਦੇ ਵਿੱਚ ਸ਼ਾਮਲ ਹੈਗੇ ਆ, ਵੀ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਰਸਤਾ ਹੈਗਾ ਆ ਉਹ ਅੱਗੇ ਵਪਾਰ ਦਾ ਲਾਂਘਾ ਜਿਹੜਾ ਆ ਉਹ ਦਿੱਤਾ ਜਾਣਾ ਚਾਹੀਦਾ ਆ। ਉਹ ਗੱਲ ਬਿਲਕੁਲ ਪ੍ਰਤੱਖ ਰੂਪ ਦੇ ਵਿੱਚ ਸੀਗੀ ਕਿ ਇੰਡੀਆ ਇਹ ਕਹਿ ਰਿਹਾ ਉਹਨਾਂ ਸਾਰੇ ਮੁਲਕਾਂ ਨੂੰ ਕਿ ਪਾਕਿਸਤਾਨ ਨੂੰ ਇਹ ਗੱਲ ਕਹੋ ਕਿ ਸਾਡਾ ਜਿਹੜਾ ਸਮਾਨ ਆ ਉਹ ਅੱਗੇ ਅਗਲੇ ਪਾਸੇ, ਮਤਲਬ ਸੈਂਟਰਲ ਏਸ਼ੀਆ ਦੇ ਜਿਹੜੇ ਮੁਲਕ ਹੈਗੇ ਆ, ਵੀ ਉਹਨਾਂ ਤੱਕ ਜਾਣ ਦੇ ਵਾਸਤੇ ਸਾਨੂੰ ਲਾਂਘਾ ਦਿੱਤਾ ਜਾਵੇ। ਪਰ ਦੂਸਰੇ ਪਾਸੇ ਜਦੋਂ ਪੁਲਵਾਮਾ ਦੇ ਵਿੱਚ ਹਮਲਾ ਹੁੰਦਾ, ਤੁਸੀਂ ਦੇਖੋ ਕਿ ਜਿਹੜਾ ਜੰਮੂ ਕਸ਼ਮੀਰ ਦੀ ਸਟੇਟ, ਜਿੱਥੇ ਜਿਹੜੀ ਥਾਂ ਦੇ ਉੱਪਰ ਪ੍ਰਮੁੱਖ ਰੂਪ 'ਚ ਹਮਲਾ ਹੋਇਆ ਸੀਗਾ, ਉੱਥੇ ਜਿਹੜਾ ਨਾਨ ਡਿਊਟੀ ਵਪਾਰ ਸੀਗਾ, ਡਿਊਟੀ ਫਰੀ ਵਪਾਰ ਸੀਗਾ ਇੰਡੀਆ ਅਤੇ ਪਾਕਿਸਤਾਨ ਦਾ, ਉਹ ਪੁਲਵਾਮਾ ਦਾ ਹਮਲਾ ਹੋਣ ਤੋਂ ਬਾਅਦ ਵੀ ਚੱਲਦਾ ਰਿਹਾ। ਜਦ ਕਿ ਜਿਹੜਾ ਅਟਾਰੀ ਅਤੇ ਵਾਘੇ ਦੀ ਸਰਹੱਦ ਦੇ ਰਾਹੀਂ ਪੰਜਾਬ ਦੇ ਵਿੱਚੋਂ ਵਪਾਰ ਹੁੰਦਾ ਸੀਗਾ, ਉਹਦੇ ਉੱਪਰ 200% ਇੰਪੋਰਟ ਡਿਊਟੀ ਜਿਹੜੀ ਹੈ ਉਹ ਇੰਡੀਆ ਨੇ ਲਾ ਦਿੱਤੀ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਰੁਕਿਆ, ਉਹ ਅਜੇ ਤੱਕ ਬੰਦ ਪਿਆ। ਇੰਡੀਆ ਪਾਕਿਸਤਾਨ ਦਾ ਵਪਾਰ ਜਿਹੜਾ ਬੰਬੇ ਕਰਾਚੀ ਵਾਲਾ ਰੂਟ ਆ ਉਹਦੇ ਰਾਹੀਂ ਚੱਲ ਸਕਦਾ, ਪਰ ਪੰਜਾਬ ਵਾਲੇ ਰੂਟ ਦੇ ਰਾਹੀਂ ਅਜੇ ਤੱਕ ਵੀ ਬੰਦ ਆ, ਉਹ ਨਹੀਂ ਚੱਲ ਰਿਹਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਪੰਜਾਬ ਦੀ ਜਾਂ ਸਿੱਖਾਂ ਦੀ ਆਰਥਿਕਤਾ ਦੇ ਜਿੰਨਾ ਵੀ ਪੋਟੈਂਸ਼ੀਅਲ ਪਿਆ ਹੋਇਆ ਸੀਗਾ, ਚਾਹੇ ਉਹ ਪੰਜਾਬ ਦੇ ਕੁਦਰਤੀ ਸਰੋਤਾਂ ਦੇ ਕਰਕੇ ਸੀਗਾ, ਚਾਹੇ ਉਹ ਪੰਜਾਬ ਦੀ ਭੂਗੋਲਿਕ ਸਥਿਤੀ ਕਰਕੇ ਸੀਗਾ, ਉਹਨੂੰ ਬਿਲਕੁਲ ਨੂੜ ਕੇ ਰੱਖਿਆ ਗਿਆ। ਉਹਦੇ ਕਾਰਨ, ਉਹਦੇ ਵਿੱਚ ਇੱਕ ਬੜਾ ਵੱਡਾ ਕਾਰਨ ਜਿਹੜਾ ਆ ਉਹ ਆਰਥਿਕਤਾ ਦਾ, ਜਾਂ ਉਹ ਇੱਕ ਬੁਨਿਆਦ ਜਿਹੜੀ ਉਹਦੀ ਤਬਾਹੀ ਕਰਨ ਦਾ ਹੈਗਾ ਆ। ਸੋ ਇਸ ਸਾਰੇ ਸੰਬੰਧ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਇਹ ਵੀ ਸਾਹਮਣੇ ਆਉਂਦੀ ਹੈ ਕਿ ਜੋ ਆਪਾਂ ਆ ਹੁਣ, ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਜਿਹੜੀਆਂ ਆ ਉਹ ਬਣਦੀਆਂ। ਸੋ ਪ੍ਰਮੁੱਖ ਰੂਪ ਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਇੱਕ ਤਾਂ ਜਿਹੜਾ ਸਟੇਟ ਦਾ ਬਿਰਤਾਂਤ ਆ,
ਜੇ ਇਸ ਤਰ੍ਹਾਂ ਦਾ ਉਹਨਾਂ ਨੇ ਪਿਛਲੇ ਸਾਰੇ ਸਮੇਂ ਦੇ ਦੌਰਾਨ ਸਥਾਪਿਤ ਕੀਤਾ ਹੋਇਆ, ਸਾਨੂੰ ਆਪਣੀ ਸੋਚ ਜਿਹੜੀ ਹੈ ਜਾਂ ਸਮਝ ਜਿਹੜੀ ਆ ਉਹਦੇ ਤੋਂ ਬਾਹਰ ਰੱਖ ਕੇ ਦੇਖਣ ਦੀ ਜ਼ਰੂਰਤ ਹੈ। ਮੁੱਢਲੇ ਰੂਪ ਦੇ ਵਿੱਚ ਅਸੀਂ ਇਹਨਾਂ ਵਰਤਾਰਿਆਂ ਨੂੰ ਘੱਲੂਘਾਰਿਆਂ ਦੇ ਰੂਪ ਦੇ ਵਿੱਚ ਦੇਖੀਏ ਤੇ ਸਾਡੇ ਇਤਿਹਾਸ ਦੇ ਵਿੱਚ ਉਸ ਸਮੇਂ ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਜਿਨ੍ਹਾਂ ਨੇ ਦੁਸ਼ਮਣ ਦੇ ਗੜ੍ਹ ਦੇ ਵਿੱਚ ਜਾ ਕੇ ਉਹਨੂੰ ਵੰਗਾਰਿਆ, ਉਹ ਭਾਜੀ ਮੋੜੀ, ਉਹ ਗੱਲਾਂ ਨੂੰ ਆਪਣੀ ਯਾਦ ਦਾ, ਆਪਣੇ ਬਿਰਤਾਂਤ ਦਾ ਹਿੱਸਾ ਜਿਹੜਾ ਆ ਉਹ ਬਣਾਈਏ। ਤੇ ਦੂਸਰੀ ਗੱਲ ਇਹ ਹੈਗੀ ਕਿ ਜਦੋਂ ਵੀ ਕੋਈ ਦੁਖਾਂਤ ਵਾਪਰਦਾ ਉਹਦੇ ਵਿੱਚੋਂ ਕੀ ਸਿੱਖਿਆ ਜਿਹੜੀ ਹੈ ਉਹ ਆਪਾਂ ਗ੍ਰਹਿਣ ਕਰਦੇ ਹਾਂ। ਉਹ ਇੱਕ ਸਿੱਖਿਆ ਜਿਹੜੀ ਆ ਉਹ ਲਗਾਤਾਰ ਸਾਨੂੰ ਸਟੇਟ ਦੇ ਪੱਖ ਤੋਂ ਦਿੱਤੀ ਜਾ ਰਹੀ ਹੈ ਔਰ ਉਹ ਲਗਾਤਾਰ ਉਸੇ ਤਰ੍ਹਾਂ ਦਾ ਮਾਹੌਲ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਇਹ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਹੈ ਕਿ ਜਦੋਂ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਆਪਣੀ ਇੱਕ ਪੋਲੀਟੀਕਲ ਸਮਰੱਥਾ ਦਰਸਾ ਦਿੱਤੀ ਸੀ ਤੇ ਉਸ ਸਮੇਂ ਬਹੁਤ ਸਾਰੇ ਕੌਮਾਂਤਰੀ ਤਾਕਤਾਂ ਦੇ ਵੀ ਮੁਫਾਦ ਸੀਗੇ। ਪਤਾ ਸੀਗਾ ਕਿ ਅਗਲੇ ਸਮੇਂ ਦੇ ਦੌਰਾਨ ਇੱਥੇ ਕਿਸੇ ਵੀ ਤਰ੍ਹਾਂ ਦੀ ਇਨਸਟੇਬਿਲਿਟੀ ਦਾ ਮਾਹੌਲ ਬਣ ਸਕਦਾ ਹੈ ਤੇ ਇੰਡੀਆ ਦੇ ਜਿਹੜੇ ਬਾਕੀ ਲੋਕ ਸੀਗੇ ਉਹ ਸਿੱਖਾਂ ਦੇ ਵੱਲ ਇੱਕ ਆਸ ਦੀ ਕਿਰਨ ਦੇ ਤੌਰ ਦੇ ਉੱਪਰ ਸਿੱਖਾਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਸੀਗਾ। ਉਦੋਂ ਸਟੇਟ ਨੇ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਖੜਾ ਕਰੀ ਰੱਖਿਆ ਕਿ ਜਿਹਦੇ ਨਾਲ ਸਿੱਖਾਂ ਨੂੰ ਕਨਫਲਿਕਟ ਦੇ ਵਿੱਚ ਉਲਝਾਇਆ ਜਾ ਸਕੇ ਔਰ ਇਹਨਾਂ ਨੂੰ ਨਖੇੜਿਆ ਜਾ ਸਕੇ, ਆਈਸੋਲੇਟ ਕੀਤਾ ਜਾ ਸਕੇ, ਤਾਂ ਕਿ ਜਦੋਂ ਦਬਾਉਣ ਦਾ ਅਮਲ ਆ ਜਾਵੇ ਸਾਹਮਣੇ ਤਾਂ ਉਦੋਂ ਕਿਸੇ ਵੀ ਪਾਸਿਓਂ ਕੋਈ ਸਾਹ ਜਿਹੜਾ ਆ ਉਹ ਨਾ ਆ ਸਕੇ। ਹਾਂ, ਇਹ ਗੱਲ ਠੀਕ ਹੈ ਕਿ ਜਿਹੜੀ ਉਹਨਾਂ ਨੇ ਆਸ ਨਹੀਂ ਕੀਤੀ ਸੀਗੀ ਕਿ ਸਿੱਖਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪ ਦਾ ਇੱਕ ਇਤਿਹਾਸਕ ਅਮਲ ਸੀਗਾ ਜੋ ਘੱਲੂਘਾਰਿਆਂ ਤੋਂ ਬਾਅਦ ਸਿੱਖ ਪ੍ਰਚੰਡ ਰੂਪ ਦੇ ਵਿੱਚ ਸਾਹਮਣੇ ਲੈ ਕੇ ਆਉਂਦੇ ਸੀਗੇ, ਉਹ ਜਿੰਨੇ ਜ਼ੋਰਾਵਰ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਇਹਦੀ ਉਮੀਦ ਸ਼ਾਇਦ ਉਹ ਉਸ ਤਰੀਕੇ ਦੇ ਨਾਲ ਨਾ ਕਰਦੇ ਹੋਣ, ਜਿਹਦੇ ਵਿੱਚ ਜਿੰਨੇ ਉਹਨਾਂ ਦੇ ਵੱਡੇ ਥੰਮ ਸੀਗੇ ਉਹਨਾਂ ਨੂੰ ਡੇਗਣਾ ਔਰ ਇੱਦਾਂ ਦੇ ਹਾਲਾਤ ਦੇ ਵਿੱਚ ਇੱਕ ਦਹਾਕਾ ਭਰ ਇੰਨੀ ਲੰਬੀ ਲੜਾਈ ਜਿਹੜੀ ਆ ਉਹ ਦੇਣੀ। ਜਿਹੜੇ ਅਮਲ ਅੱਜ ਮੋਦੀ ਦੇ ਵੱਲੋਂ ਇੰਡੀਆ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ, ਜੇ ਉਹਨਾਂ ਦੇ ਵਿੱਚ 30-35 ਸਾਲ ਦਾ ਵਕਫਾ ਪਿਆ ਆ ਤਾਂ ਇਹ ਗੱਲ ਜਿਹੜੇ ਵੀ ਇਸ ਖਿੱਤੇ ਦੀ ਇੱਥੋਂ ਦੀ ਰਾਜਨੀਤੀ ਦੀ ਸਟੱਡੀ ਕਰਨਗੇ ਉਹਨਾਂ ਨੂੰ ਅਲਟੀਮੇਟਲੀ ਇਹ ਗੱਲ ਮੰਨਣੀ ਪਊਗੀ ਕਿ ਉਹ ਸਿੱਖ ਜੁਝਾਰੂ ਲਹਿਰ ਸੀਗੀ ਜਿਹਦੇ ਕਾਰਨ ਕੇਂਦਰੀਕਰਨ ਦਾ ਜਿਹੜਾ ਅਮਲ ਇਸ ਖਿੱਤੇ ਦੇ ਵਿੱਚ ਇੰਦਰਾ ਗਾਂਧੀ ਦੇ ਸਮੇਂ ਜ਼ੋਰ ਫੜ ਰਿਹਾ ਸੀਗਾ ਕਿ ਉਹਦੇ ਵਿੱਚ ਘੱਟੋ ਘੱਟ 3 ਦਹਾਕੇ ਜੇਕਰ ਉਹਨੂੰ ਬ੍ਰੇਕਾਂ ਲੱਗੀਆਂ ਰਹੀਆਂ ਤੇ ਉਹ ਮਤਲਬ ਉਸ ਜੁਝਾਰੂ ਲਹਿਰ ਦੇ ਕਰਕੇ ਲੱਗੀਆਂ ਰਹੀਆਂ। ਸੋ ਇਸ ਖਿੱਤੇ ਦੀ ਫਿਤਰਤ ਨੂੰ, ਇੱਥੋਂ ਦੀ ਸਿਆਸਤ ਨੂੰ ਬਦਲਣ ਦਾ ਜਿਹੜਾ ਅਮਲ ਸੀਗਾ ਉਹਦੇ ਵਿੱਚ ਇਹ ਗੱਲ ਬਾਕੀ ਇੱਥੋਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਤਸਲੀਮ ਕਰਨੀ ਪਊਗੀ ਔਰ ਜਿਹੜੇ ਉਹਨਾਂ ਦੇ ਵਿੱਚੋਂ ਕੋਈ ਸੰਘਰਸ਼ਸ਼ੀਲ ਧਿਰਾਂ ਹੈਗੀਆਂ ਉਹ ਬੜੇ ਖੁੱਲ੍ਹੇ ਮਨ ਦੇ ਨਾਲ ਇਸ ਗੱਲ ਨੂੰ ਮੰਨਦੇ ਵੀ ਨੇ ਕਿ ਇਹ ਜਿਹੜਾ ਪ੍ਰਤੀਕਰਮ ਸਿੱਖਾਂ ਦੇ ਵੱਲੋਂ ਉਸ ਸਮੇਂ ਜਾਂ ਜਿਹੜੀ ਇੱਕ ਭਾਜੀ ਪਾਈ ਗਈ ਸੀਗੀ ਜਿਸ ਅੰਦਾਜ਼ ਦੇ ਵਿੱਚ ਖਾਲਸਾਈ ਜਾਹੋ ਜਲਾਲ ਦੇ ਨਾਲ ਮੋੜੀ ਗਈ ਕਿ ਉਹਨੀ ਇਸ ਖਿੱਤੇ ਦੀ ਜਿਹੜੀ ਫਿਤਰਤ ਬਦਲਣ ਦੀ ਜਾਂ ਇੱਥੋਂ ਦੀ ਸਿਆਸਤ ਨੂੰ ਅਗਲੇ ਪੜਾਵਾਂ 'ਤੇ ਕੇਂਦਰੀਕਰਨ ਦੇ ਲੈ ਕੇ ਜਾਣ ਦੀ ਸੀਗੀ, ਉਹਦੇ ਵਿੱਚ ਲੰਬਾ ਵਕਫਾ ਜਿਹੜਾ ਆ ਉਹ ਪਾਇਆ। ਸੋ ਆਪਣੇ ਸਾਹਮਣੇ ਇੱਕ ਤਾਂ ਇਹ ਗੱਲ ਹੈਗੀ ਕਿ ਜਦੋਂ ਅੱਜ ਉਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਤਾਂ ਅਸੀਂ ਪਿਛਲੇ ਜਿੰਨਾ ਸਾਰਾ ਤਜਰਬਾ ਹੈਗਾ ਆਪਣੀ ਜੋ ਵੀ ਰਣਨੀਤੀ ਆਪਾਂ ਘੜੀਏ ਇੱਕ ਸਮੂਹਕ ਜਾਂ ਪੰਥਕ ਤੌਰ ਦੇ ਉੱਪਰ, ਉਹਦੇ ਵਿੱਚ ਸਾਨੂੰ ਉਹ ਗੱਲ ਜਿਹੜੀ ਹੈ ਉਹ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ। ਤੇ ਇਹ ਵੀ ਗੱਲ ਹੈਗੀ ਹੈ ਕਿ ਬਹੁਤ ਸਾਰੀਆਂ ਪ੍ਰੋਵੋਕੇਸ਼ਨ, ਜਿਸ ਤਰ੍ਹਾਂ ਜਦੋਂ ਪਿਛਲੇ ਸਮੇਂ ਦੇ ਦੌਰਾਨ ਕਿਸਾਨੀ ਸੰਘਰਸ਼ ਹੋਇਆ ਉਸ ਸਮੇਂ ਦੇ ਦੌਰਾਨ ਸਿੱਖਾਂ ਨੇ ਜਿਸ ਜਾਬਤੇ ਦੇ ਨਾਲ ਇਸ ਵਿਪਰਵਾਦ ਦੇ ਰੱਥ ਨੂੰ ਅੱਗਿਓਂ ਉਹਦੇ ਘੋੜਿਆਂ ਦੀਆਂ ਲਗਾਮਾਂ ਫੜ ਕੇ ਬ੍ਰੇਕਾਂ ਲਾਈਆਂ, ਉਹਨੂੰ ਰੋਕਿਆ ਔਰ ਸਾਰੇ ਇਸ ਖਿੱਤੇ ਦੇ ਲੋਕਾਂ ਦੇ ਵਿੱਚ ਜਿਹੜੀ ਆਸ ਪ੍ਰਗਟ ਕੀਤੀ ਹੈ, ਉਹ ਉਦੋਂ ਤੋਂ ਹੀ ਤਕਰੀਬਨ ਦਸੰਬਰ 2020 ਤੋਂ ਇਹ ਗੱਲ ਸਪਸ਼ਟ ਹੋਣੀ ਸ਼ੁਰੂ ਹੋ ਗਈ ਸੀ ਕਿ ਹੁਣ ਸਟੇਟ ਆਪਣੇ ਅਮਲ ਜਿਹੜੇ ਆ ਉਹ ਅਖਤਿਆਰ ਕਰੂਗੀ ਤੇ ਉਹ ਕਰ ਰਹੇ ਆ। ਲਗਾਤਾਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਖੜੇ ਕੀਤੇ ਜਾ ਰਹੇ ਕਿ ਜਿਹਦੇ ਰਾਹੀਂ ਸਿੱਖਾਂ ਨੂੰ ਉਲਝਾਇਆ ਜਾ ਸਕੇ। ਉਹਨਾਂ ਨੂੰ ਪਤਾ ਆ ਕਿ ਇਹਨਾਂ ਦੀ ਜਿਹੜੀ ਸਭ ਤੋਂ ਸੈਂਸਿਟਿਵ ਨਰਵ ਆ ਉਹ ਕਿਹੜੀ ਹੈ,
ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਕਿ ਇਸ ਤਰ੍ਹਾਂ ਦਾ ਮਾਹੌਲ ਬਣੇ ਕਿ ਉਸ ਨਸ ਦੇ ਉੱਪਰ ਵਾਰ ਹੋਵੇ। ਉਹਨਾਂ ਨੂੰ ਪਤਾ ਕਿ ਇਸ ਤੋਂ ਬਾਅਦ ਸਿੱਖ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ, ਉਹ ਰਿਐਕਟ ਕਰਨਗੇ। ਪਰ ਸਾਡੇ ਵਾਸਤੇ ਇਹ ਹੈਗਾ ਕਿ ਅਸੀਂ ਹੁਣ ਦੇ ਹਾਲਾਤ ਦੇ ਵਿੱਚ ਸਮੁੱਚੇ ਹਾਲਾਤ ਨੂੰ ਦੇਖ ਕੇ, ਆਪਣੀ ਸਮਰੱਥਾ ਨੂੰ ਦੇਖ ਕੇ ਇਹ ਗੱਲ ਦੇਖੀ ਕਿ ਕਿਸ ਤਰ੍ਹਾਂ ਦੀ ਵਿਉਂਤਬੰਦੀ ਜਿਹੜੀ ਹੈ, ਇੱਕ ਆਮ ਜੰਗ ਦਾ ਅਸੂਲ ਹੁੰਦਾ ਕਿ ਜਿੱਥੇ ਤੁਹਾਨੂੰ ਦੁਸ਼ਮਣ ਲਿਜਾ ਕੇ ਖੜਾ ਕਰਨਾ ਚਾਹੁੰਦਾ ਹੋਵੇ, ਉਹ ਉਸੇ ਥਾਂ 'ਤੇ ਵਧੀਆ ਖੜਾ ਕਰਨਾ ਚਾਹੁੰਦਾ ਹੁੰਦਾ ਜਿੱਥੇ ਤੁਹਾਡੇ ਉੱਪਰ ਭਰਪੂਰ ਰੂਪ ਦੇ ਵਿੱਚ ਵਾਰ ਜਿਹੜਾ ਆ ਉਹ ਇਫੈਕਟਿਵ ਤਰੀਕੇ ਦੇ ਨਾਲ ਕੀਤਾ ਜਾ ਸਕੇ। ਸੋ ਤੁਸੀਂ ਆਪਣੀ ਵਿਉਂਤਬੰਦੀ ਇਸ ਤਰ੍ਹਾਂ ਦੀ ਘੜਨੀ ਹੁੰਦੀ। ਜਦੋਂ ਕੋਈ ਵੀ ਹਾਲਾਤ ਸ਼ੁਰੂ ਹੋ ਜਾਂਦੇ ਨੇ, ਉਦੋਂ ਜਿਹੜੀਆਂ ਸੰਭਾਵਨਾਵਾਂ ਜਾਂ ਜਿਹੜੇ ਵਿਕਲਪ ਹੁੰਦੇ ਕਿਸੇ ਦੇ ਕੋਲ, ਉਹ ਬਹੁਤ ਸੀਮਤ ਹੋ ਜਾਂਦੇ ਆ। ਖਾਸ ਕਰਕੇ ਜਿੰਨੇ ਸੂਖਮ, ਜਿੰਨੇ ਨਾਜ਼ੁਕ ਤੌਰ ਦੇ ਉੱਪਰ, ਜਿੰਨੇ ਸੈਂਸਿਟਿਵ ਪੱਧਰ ਦੇ ਉੱਪਰ ਜਾ ਕੇ ਉਹਨਾਂ ਚੀਜ਼ਾਂ ਦੇ ਉੱਪਰ ਹਮਲਾ ਹੁੰਦਾ, ਉੱਥੇ ਰਿਸਪੌਂਡ ਕਰਨਾ ਦੇ ਤੁਹਾਡੇ ਜਿਹੜੇ ਰਾਹ ਆ ਉਹ ਬਹੁਤ ਸੀਮਤ ਹੋ ਜਾਂਦੇ। ਪਰ ਹਾਲਾਤ ਉੱਥੋਂ ਤੱਕ ਜਾਣ ਤੋਂ ਪਹਿਲਾਂ ਸਾਡੇ ਕੋਲ ਆਪਣੀ ਵਿਉਂਤਬੰਦੀ ਕਰਨ ਦੇ ਹੁੰਦੇ ਆ। ਸੋ ਇਹ ਗੱਲ ਹੈ, ਇਹ ਗੱਲ ਬਹੁਤ ਸਾਰੇ ਬੰਦਿਆਂ ਨੂੰ ਇਹ ਲੱਗਦੀ ਹੈ ਕਿ ਇਹ ਜਿਹੜੀਆਂ ਵੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ, ਵੀ ਇਹ ਗੱਲਾਂ ਸ਼ਾਇਦ ਕਿਸੇ ਡਰ 'ਚੋਂ ਕੀਤੀਆਂ ਜਾ ਰਹੀਆਂ ਆ, ਜਾਂ ਕਿਸੇ ਇਸ ਤਰ੍ਹਾਂ ਦੀ ਆਪਣੀ ਕੋਈ ਕਿਸੇ ਤਰ੍ਹਾਂ ਦਾ ਮੁਫਾਦ ਹੈਗਾ ਉਹਦੇ ਵਿੱਚੋਂ ਕੀਤੀਆਂ ਜਾ ਰਹੀਆਂ। ਮੈਂ ਜੇ ਆਪਣੀ ਨਿੱਜੀ ਤੌਰ ਦੇ ਉੱਪਰ ਗੱਲ ਕਰਾਂ ਤਾਂ ਇਹ ਸਾਰੀਆਂ ਗੱਲਾਂ ਕਰਨ ਦਾ ਮਨੋਰਥ ਸਿਰਫ ਇੰਨਾ ਆ ਕਿ ਅਜੇ ਵੀ ਸਾਡੇ ਹੱਥ 'ਚ ਡਿਸੀਜਨ ਲੈਣ ਦਾ, ਜਾਂ ਅਸੀਂ ਕਿਸ ਤਰ੍ਹਾਂ ਦਾ ਅਮਲ ਅਖਤਿਆਰ ਕਰਨਾ, ਕਿਸ ਤਰੀਕੇ ਦੇ ਨਾਲ ਆਪਣੀ ਜਥੇਬੰਦਕ ਸਮਰੱਥਾ ਪੈਦਾ ਕਰਨੀ ਹੈ, ਕਿਹੜੀਆਂ ਗੱਲਾਂ ਬਾਰੇ ਕਿਸ ਤਰ੍ਹਾਂ ਦਾ ਬਿਰਤਾਂਤ ਲੈ ਕੇ ਆਉਣਾ, ਚੱਕਵੀਂ ਗੱਲ ਕਰਨੀ, ਤਿੱਖੀ ਗੱਲ ਕਰਨੀ, ਉਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਵਿੱਚ ਵੀ ਲੋਕਾਂ ਤੋਂ ਜ਼ਿਆਦਾ ਜਿਹੜਾ ਉਹਦਾ ਅਲੋਗਰਿਦਮ ਆ, ਜਿਹੜੀ ਉਹਦੇ ਪਿੱਛੇ ਸਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਮਨੁੱਖ ਦੀ ਬਿਰਤੀ ਨੂੰ ਉਹ ਜਾਣਦੀ ਆ ਇਸ ਗੱਲ ਨੂੰ ਕਿ ਕਿਹੜੀ ਗੱਲ ਜਿਹੜੀ ਹੈ ਉਹ ਮਤਲਬ ਉਹਨੂੰ ਜ਼ਿਆਦਾ ਲੋਕ ਦੇਖਣਗੇ। ਸੋ ਉਹ ਉਸ ਹਿਸਾਬ ਦੇ ਨਾਲ ਉਹ ਸਾਰੇ ਕਾਸੇ ਨੂੰ ਕਰਦੇ ਆ। ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਉਹ ਵੀ ਇੰਨੇ ਜ਼ਿਆਦਾ ਨਿਊਟਰਲ ਨਹੀਂ ਹੈਗੇ, ਉਹ ਵੀ ਦੇਖਦੇ ਆ ਕਿ ਕਿਹੜੀ ਗੱਲ ਦਬਾਉਣੀ ਹੈ, ਕਿਹੜੀ ਚੱਕਣੀ। ਸੋ ਇਸ ਤਰੀਕੇ ਦੇ ਨਾਲ ਚੱਲਦਾ। ਪੰਜਾਬ ਦੇ ਵਿੱਚ ਤੁਸੀਂ ਦੇਖ ਲਓ, ਜਿੰਨੇ ਮਸਲੇ ਪਿਛਲੇ ਸਮੇਂ ਦੇ ਦੌਰਾਨ ਉੱਠੇ ਆ, ਆਪਾਂ ਥੋੜ੍ਹੀ ਜਿਹੀ ਉਹਨਾਂ ਦੇ ਮਾਮਲੇ ਦੇ ਵਿੱਚ ਘੋਖ ਕਰੀਏ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜਿੰਨਾ ਬੁਨਿਆਦਾਂ ਦੇ ਉੱਪਰ ਉਹ ਮਸਲੇ ਰੱਖ ਕੇ ਖਿਲਾਰੇ ਗਏ ਸੀਗੇ, ਉਹ ਬੁਨਿਆਦਾਂ ਬਹੁਤ ਜ਼ਿਆਦਾ ਕੱਚੀਆਂ ਹੈਗੀਆਂ। ਉਹ ਇੰਨੀਆਂ ਜ਼ਿਆਦਾ ਕੱਚੀਆਂ ਹੈਗੀਆਂ ਕਿ ਬੜੇ ਮਾਮਲਿਆਂ ਦੇ ਵਿੱਚ ਜਾਣਕਾਰੀ ਹੀ ਦਰੁਸਤ ਨਹੀਂ ਹੈਗੀ, ਵਿਆਖਿਆ ਤਾਂ ਉਹਦੇ ਤੋਂ ਵੱਖਰੇ ਲੈਵਲ ਦੀ ਗੱਲ ਹੋ ਜਾਂਦੀ ਹੈ। ਸੋ ਇਹ ਗੱਲ ਦੇਖਣੀ ਚਾਹੀਦੀ ਕਿ ਜਿੱਧਰ ਨੂੰ ਵਿਰੋਧੀ ਤੁਹਾਨੂੰ ਤੋਰਨਾ ਚਾਹੁੰਦਾ ਆ, ਤੁਹਾਨੂੰ 100 ਵਾਰ ਸੋਚ ਕੇ ਇੱਕ ਕਦਮ ਉੱਧਰ ਪੱਟਣਾ ਚਾਹੀਦਾ। ਜਦੋਂ ਹਾਲਾਤ ਇੱਕ ਖਾਸ ਹੱਦ ਤੋਂ ਅੱਗੇ ਲੰਘ ਜਾਂਦੇ ਆ, ਫਿਰ ਡਿਸੀਜ਼ਨ ਲੈਣੇ ਜਿਹੜੇ ਆ ਉਹ ਸੀਮਤ ਹੋ ਜਾਂਦੇ। ਸੋ ਇਹਨਾਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਸੋ ਇੱਕ ਗੱਲ ਤਾਂ ਇਹ ਹੈ ਜਿਹੜੀ ਮੌਕੇ ਦੇ ਹਾਲਾਤ ਦੀ ਹੈ, ਜਿਹੜੇ ਬਿਲਕੁਲ ਆਪਣੇ ਕਰਨ ਵਾਲੇ ਲੰਬੇ ਸਮੇਂ ਦੇ ਕਾਰਜ ਹੈਗੇ, ਉਹਨਾਂ ਦੇ ਵਿੱਚ ਇਹ ਹੈਗਾ ਕਿ ਸਟੇਟ ਨੇ ਇੱਕ ਬਿਰਤਾਂਤ ਖੜਾ ਕਰਨ ਦੇ ਲਈ ਸਾਰਾ ਜ਼ੋਰ ਲਾਇਆ ਹੋਇਆ ਕਿ ਇਹ ਦਿੱਲੀ ਦੰਗੇ ਸੀਗੇ, ਜਿਹਦੇ 'ਚੋਂ ਇੱਕ ਗੱਲ ਇਹ ਸਥਾਪਿਤ ਕਰਦੇ ਆ ਕਿ ਇਹ ਕਤਲੇਆਮ ਜਾਂ ਹੋਰ ਨਹੀਂ ਸੀ, ਇਹ ਦੰਗੇ ਸੀਗੇ। ਦੂਸਰੀ ਗੱਲ ਉਹ ਇਹ ਸਥਾਪਿਤ ਕਰਦੇ ਆ ਕਿ ਦਿੱਲੀ ਤੱਕ ਸੀ। ਸੋ ਆਪਣੀ ਇਹ ਕੋਸ਼ਿਸ਼ ਬਣਦੀ ਕਿ ਅਜੇ ਬਹੁਤ ਲੋਕ ਜਿਉਂਦੇ ਨੇ ਜਿਹੜੇ ਇਸ ਗੱਲ ਦੀਆਂ ਗਵਾਹੀਆਂ ਭਰ ਸਕਦੇ। ਆਹ ਜਿਹੜੀ ਕਿਤਾਬ ਕੱਲ੍ਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਹੈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਪ੍ਰਮਾਣ ਹੈਗੀ ਹੈ ਕਿ ਨਾ ਇਹ ਦੰਗੇ ਸੀਗੇ ਅਤੇ ਨਾ ਇਹ ਦਿੱਲੀ ਤੱਕ ਸੀਮਤ ਸੀ। ਜਿੰਨੇ ਦੱਖਣ ਦੇ ਸੂਬੇ ਨੇ ਉਹਨਾਂ ਦੇ ਵਿੱਚ ਕਿਹੜੀ ਥਾਂ 'ਤੇ ਕਿੱਥੇ ਕਿਸ ਤਰ੍ਹਾਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਇਆ, ਕਿਸ ਤਰ੍ਹਾਂ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ, ਕਿੰਨਾ ਆਰਥਿਕ ਨੁਕਸਾਨ ਕਿਸ ਤਰੀਕੇ ਦੇ ਨਾਲ ਸਾਰਾ ਕੀਤਾ ਗਿਆ, ਉਹਦੇ ਵੇਰਵੇ ਦੇ ਵਿੱਚ ਦਰਜ ਹੈਗੇ ਆ। ਸੋ ਜਿੰਨੇ ਸਰੀਰ ਇੱਥੇ ਬੈਠੇ ਆ ਜਾਂ ਜਿੰਨੇ ਵੀ ਇਸ ਗੱਲਬਾਤ ਨੂੰ ਸੁਣਨਗੇ, ਆਪਾਂ ਸਾਰਿਆਂ ਨੂੰ ਹੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿੱਥੇ ਵੀ ਕਿਤੇ ਆਪਾਂ ਨੂੰ ਕੋਈ ਵੀ ਇਸ ਸੰਬੰਧ ਦੇ ਵਿੱਚ ਜਾਣਕਾਰੀ ਇਕੱਤਰ ਕਰ ਸਕਦੇ, ਹੁਣ ਤਕਨੀਕ ਦੀ ਬਹੁਤ ਸਹੂਲਤ ਵੀ ਹੈਗੀ ਹੈ ਕਿ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਰਾਜ਼ੀ ਕਰੀਏ, ਉਹ ਗੱਲ ਭਰੀਏ, ਉਹਨਾਂ ਦੇ ਕੋਲੋਂ ਜਾਣੀਏ, ਉਹ ਗੱਲ ਜਿਹੜੀ ਆ ਉਹ ਰਿਕਾਰਡ ਦੇ ਵਿੱਚ ਲਿਆਂਦੀ ਜਾਵੇ। ਦੁਨੀਆ ਦੇ ਸਾਹਮਣੇ ਇਹ ਗੱਲ ਸਥਾਪਿਤ ਹੋ ਰਹੀ ਹੈ। ਜਿਸ ਤਰ੍ਹਾਂ ਵੀਰ ਮਲਕੀਤ ਸਿੰਘ ਹੋਣਾ ਨੇ ਜ਼ਿਕਰ ਕੀਤਾ, ਜਦੋਂ ਅਸੀਂ ਕਿਤਾਬ ਐਡਿਟ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਹੁਣ ਉਹਦਾ ਦੂਸਰਾ ਐਡੀਸ਼ਨ ਛਪਣਾ, ਉਹਦੇ ਵਿੱਚ ਅਸੀਂ 2 ਮਤੇ ਜਿਹੜੇ ਆ ਉਹ ਹੋਰ ਸ਼ਾਮਿਲ ਕੀਤੇ। ਇੱਕ ਤਾਂ ਨਿਊਯਾਰਕ ਦੀ ਜਿਹੜੀ ਸਟੇਟ ਅਸੈਂਬਲੀ ਹੈ, ਉਹਨੇ ਵੀ ਇਹ ਗੱਲ ਤਸਲੀਮ ਕੀਤੀ ਕਿ ਨਵੰਬਰ 1984 ਦੇ ਵਿੱਚ ਇੰਡੀਆ ਭਰ 'ਚ ਜੋ ਕਤਲੇਆਮ ਹੋਏ ਉਹ ਸਿੱਖ ਜੈਨੋਸਾਈਡ ਸੀਗਾ, ਜਾਂ ਉਹਨਾਂ ਨੇ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਉਹਨੂੰ ਜੈਨੋਸਾਈਡ ਮੰਨਿਆ।
ਔਰ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਸਟੇਟਾਂ ਹੈ। ਇੰਡੀਆ ਦੇ ਵਿੱਚ ਵੀ ਇੱਕ ਸਟੇਟ ਦਿੱਲੀ ਇਸ ਤਰ੍ਹਾਂ ਦੀ ਹੈਗੀ ਹੈ ਕਿ ਜਿਹਦੀ ਵਿਧਾਨ ਸਭਾ ਦੇ ਵਿੱਚ ਬਕਾਇਦਾ ਇਹ ਮੋਸ਼ਨ ਪਾਸ ਕੀਤਾ ਗਿਆ ਤੇ ਜਿਹਦੇ ਵਿੱਚ ਇਹ ਗੱਲ ਤਸਲੀਮ ਕੀਤੀ ਗਈ ਕਿ ਇਹ ਜੈਨੋਸਾਈਡ ਹੈ। ਔਰ ਇੱਥੋਂ ਆਪਾਂ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਜਿਹੜੀ ਸਿੱਖ ਰਾਜਨੀਤਿਕ ਧਿਰ ਨੇ ਜਾਂ ਜਿੱਥੇ ਵੀ ਕੋਈ ਸਿੱਖ ਇੰਡੀਵਿਜੂਅਲੀ ਕਿਸੇ ਧਿਰ ਦੇ ਵਿੱਚ ਹੈ ਕਿ ਉਹਦੀ ਭੂਮਿਕਾ ਇਹ ਕੀ ਬਣਦੀ ਹੈ। ਸਰਦਾਰ ਜਰਨੈਲ ਸਿੰਘ ਪੱਤਰਕਾਰ ਜਿਹੜੇ ਨੇ ਉਹ ਬੇਸ਼ੱਕ ਕਿਸੇ ਵੀ ਪਾਰਟੀ ਦੇ ਵਿੱਚ ਸੀਗੇ, ਪਰ ਜਦੋਂ ਨਵੰਬਰ 1984 ਦੇ ਬਾਰੇ 'ਚ ਮੋਸ਼ਨ ਹੋਣਾ ਸੀ ਤਾਂ ਉਹਨਾਂ ਨੇ ਇਸ ਗੱਲ ਦੇ ਉੱਪਰ ਡਟ ਕੇ ਸਟੈਂਡ ਲਿਆ ਤੇ ਕਿ ਮੈਂ ਇਸ ਮਤੇ ਦੇ ਜਿਹੜਾ ਮਤਾ ਡਰਾਫਟ ਹੋਇਆ ਸੀਗਾ ਮੋਸ਼ਨ ਉਹਦੇ ਵਿੱਚ ਜੈਨੋਸਾਈਡ ਲਫ਼ਜ਼ ਲਿਖਿਆ ਹੋਇਆ ਸੀ। ਤੇ ਬਿਲਕੁਲ ਕੇਜਰੀਵਾਲ ਤੱਕ ਨੇ ਵੀ ਇਹ ਗੱਲ ਕਹੀ ਵੀ ਤੁਸੀਂ ਜੈਨੋਸਾਈਡ ਕੱਢ ਦਿਓ, ਇਹਦੀ ਥਾਂ ਤੇ ਮੈਸੈਕਰ, ਕਾਰਨੇਜ ਇਹ ਲਫ਼ਜ਼ ਜਿਹੜੇ ਆ ਉਹ ਪਾ ਲਓ। ਪਰ ਉਸ ਸਮੇਂ ਉਹਨਾਂ ਦੀ ਇਹ ਸ਼ਖਸੀਅਤ ਦੀ ਬੁਲੰਦੀ ਕਹਿ ਲਓ ਜਾਂ ਕੋਈ ਮਹਾਰਾਜ ਨੇ ਕਾਰਜ ਉਹਨਾਂ ਦੇ ਕੋਲੋਂ ਕਰਵਾਇਆ, ਉਹ ਇਸ ਗੱਲ ਦੇ ਉੱਪਰ ਆਏ। ਉਸ ਸਮੇਂ ਪਾਰਟੀ ਦੇ ਵੀ ਇਸ ਤਰ੍ਹਾਂ ਦੇ ਮੁਫਾਦ ਹੋ ਸਕਦੇ ਆ, ਉਹਨਾਂ ਨੇ ਉਹ ਸਿੱਖ ਜੈਨੋਸਾਈਡ ਦਾ ਮੋਸ਼ਨ ਜਿਹੜਾ ਆ ਉਹ ਯੂਨੈਨੀਮਸਲੀ ਆ ਜਿਹੜੀ ਭਾਰਤੀ ਜਨਤਾ ਪਾਰਟੀ ਜਦੋਂ ਵੀ ਕੋਈ ਦਾ ਪੈਂਸਿਲਵੇਨੀਆ ਦਾ ਮੈਨੂੰ ਯਾਦ ਹੈ ਜਦੋਂ ਪੈਂਸਿਲਵੇਨੀਆ ਦੀ ਸਟੇਟ ਅਸੈਂਬਲੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਸਿੱਖ ਜੈਨੋਸਾਈਡ ਦਾ, ਉਸ ਸਮੇਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗਵਰਨਰ ਦੇ ਸਾਈਨ ਹੋਣ ਤੋਂ ਪਹਿਲਾਂ ਉਹਨੂੰ ਰੋਕ ਲਿਆ ਜਾਵੇ। ਅਸੈਂਬਲੀ ਤੋਂ ਪਾਸ ਹੋ ਗਿਆ ਸੀ, ਗਵਰਨਰ ਦੇ ਸਾਈਨ ਹੋਣੇ ਸੀਗੇ। ਜਦੋਂ ਗਵਰਨਰ ਦੇ ਸਾਈਨ ਵੀ ਹੋ ਗਏ, ਸਾਰਾ ਉਹ ਰਿਕਾਰਡ ਦੇ ਵਿੱਚ ਆ ਗਿਆ, ਇਹਨਾਂ ਨੇ ਦਾ ਟ੍ਰਿਬਿਊਨ ਤੇ ਇੱਕ ਦੋ ਹੋਰ ਅਖਬਾਰਾਂ ਦੇ ਵਿੱਚ ਝੂਠੀ ਖਬਰ ਲਵਾ ਦਿੱਤੀ। ਉਹ ਜਿਹੜਾ ਰੈਜ਼ੋਲੂਸ਼ਨ ਆ ਉਹ ਮਤਲਬ ਗਵਰਨਰ ਨੇ ਵੀ ਰੱਦ ਕਰਤਾ, ਅਸੈਂਬਲੀ ਨੇ ਵੀ ਰੱਦ ਕਰ ਦਿੱਤਾ। ਉਹ ਫਿਰ ਜਿਹੜੇ ਜੀਆਂ ਨੇ ਕੀਤਾ ਸੀਗਾ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਨੇ ਬਕਾਇਦਾ ਆਫੀਸ਼ੀਅਲ ਰਿਕਾਰਡ ਸਾਨੂੰ ਭੇਜੇ। ਉਹ ਸਾਰੀ ਜਾਣਕਾਰੀ ਜਿਹੜੀ ਆ ਉਹ ਆਪਾਂ ਸਿੱਖ ਸਿਆਸਤ ਦੇ ਉੱਪਰ ਦਸਤਾਵੇਜ਼ੀ ਸਬੂਤਾਂ ਦੇ ਤੌਰ ਦੇ ਉੱਪਰ ਉਹ ਲਾਈ ਹੋਈ ਹੈ। ਉਹ 'ਚ ਕਿਹਾ ਵੀ ਇੰਡੀਅਨ ਮੀਡੀਆ ਜਿਹੜਾ ਆ, ਕਿਉਂਕਿ ਇਹ ਇੱਕ ਪਰਸੈਪਸ਼ਨ ਦੀ ਵੀ ਲੜਾਈ ਹੈ, ਹਰ ਇੱਕ ਬੰਦੇ ਨੇ ਇਹ ਤਸਦੀਕ ਨਹੀਂ ਕਰਨਾ ਹੁੰਦਾ, ਹਰ ਇੱਕ ਅਦਾਰੇ ਨੇ ਇਹ ਤਸਦੀਕ ਨਹੀਂ ਕਰਨਾ ਹੁੰਦਾ। ਤੇ ਉਹਨਾਂ ਨੇ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਨੇ ਧੋਖੇ ਦੇ ਨਾਲ ਸਿੱਖਾਂ ਦੇ ਵੱਲੋਂ ਕੁਝ ਬੰਦਿਆਂ ਨੇ ਵਰਗਲਾ ਕੇ ਅਸੈਂਬਲੀ ਦੇ ਕੋਲੋਂ ਇਹ ਰੈਜ਼ੋਲੂਸ਼ਨ ਜਿਹੜਾ ਹੈ ਉਹ ਕਰਵਾ ਲਿਆ ਸੀਗਾ ਤੇ ਹੁਣ ਉਹ ਰੱਦ ਹੋ ਗਿਆ। ਉਹ ਅੱਜ ਵੀ ਦੇਖਿਆ ਜਾ ਸਕਦਾ, ਉਹ ਲਿੰਕ ਹੈ ਮੌਜੂਦ ਸਿੱਖ ਸਿਆਸਤ ਦੇ ਉੱਪਰ ਮਿਲ ਜੂਗਾ, ਜਿੱਥੇ ਪੈਂਸਿਲਵੇਨੀਆ ਸਟੇਟ ਅਸੈਂਬਲੀ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਉਹਦੇ ਉੱਪਰ ਉਹ ਰੈਜ਼ੋਲੂਸ਼ਨ ਉਸੇ ਤਰ੍ਹਾਂ ਦੇ ਨਾਲ ਹੈਗਾ। ਸੋ ਉਹ ਇੱਥੋਂ ਤੱਕ ਜਾ ਕੇ ਇਹ ਸਾਰਾ ਕੁਝ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ। ਤੇ ਬੀਜੇਪੀ ਵਾਲੇ ਖਾਸ ਤੌਰ ਦੇ ਉੱਪਰ ਜਿੱਦਾਂ ਕੈਥੀ ਆਸਟਿਨ ਜਿਹੜੀ ਕਨੈਕਟੀਕਟ ਦੀ ਸੈਨੇਟਰ ਸੀਗੀ, ਉਹਨੂੰ ਇਹਨਾਂ ਨੇ ਚਿੱਠੀਆਂ ਲਿਖੀਆਂ, ਚਿੱਠੀਆਂ ਲਿਖ ਕੇ ਹਾਈ ਕਮਿਸ਼ਨ ਦੇ ਵੱਲੋਂ ਉਹਨੂੰ ਕਿਹਾ ਗਿਆ ਕਿ ਤੁਹਾਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ, ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਤੇ ਇਹ ਮਤਲਬ ਇਹ ਤਾਂ ਰਾਈਟ ਸੀਗੇ। ਉਹਨੀ ਜਦੋਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਮਨਾਇਆ, ਉਸ ਸੈਨੇਟਰ ਨੇ ਉਸ ਚਿੱਠੀ ਦਾ ਹਵਾਲਾ ਉਸ ਸਮਾਗਮ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਦਿੱਤਾ। ਉਹ ਸਪੀਚ ਅਸੀਂ ਪੰਜਾਬੀ 'ਚ ਟਰਾਂਸਲੇਟ ਕਰਕੇ ਜਿਹੜੀ ਸਿੱਖ ਨਸਲਕੁਸ਼ੀ 1984 ਕਿਤਾਬ ਹੈਗੀ ਉਹਦੇ ਵਿੱਚ ਵੀ ਜਿਹੜਾ ਭਾਗ ਹੈ ਦੰਗੇ ਨਹੀਂ ਨਸਲਕੁਸ਼ੀ, ਉਹਦੇ ਵਿੱਚ ਲਾਈ ਹੈ ਉਹ ਸਪੀਚ। ਉਹਦੇ 'ਚ ਉਹਨੇ ਕਿਹਾ ਕਿ ਮੈਂ ਇਸ ਚਿੱਠੀ ਨੂੰ ਬਿਲਕੁਲ ਉਸ ਤਰ੍ਹਾਂ ਮੰਨਦੀ ਹੈ ਕਿ ਜਿਸ ਤਰ੍ਹਾਂ ਜਦੋਂ ਯਹੂਦੀਆਂ ਦੇ ਜੈਨੋਸਾਈਡ ਦੀ ਗੱਲ ਹੋਈ ਸੀਗੀ ਤੇ ਉਦੋਂ ਇਹ ਕਿਹਾ ਜਾਂਦਾ ਸੀ ਕਿ ਇਹ ਵਾਪਰਿਆ ਹੀ ਨਹੀਂ ਹੈਗਾ। ਕਹਿੰਦੀ ਵੀ ਇਹ ਜਿਹੜੀ ਚਿੱਠੀ ਆ ਇਹ ਡਿਨਾਈਲ ਦਾ ਦਸਤਾਵੇਜ਼ ਹੈ ਤੇ ਹਰ ਇੱਕ ਜੈਨੋਸਾਈਡ ਕਰਨ ਵਾਲੀ ਧਿਰ ਜਿਹੜੀ ਆ ਉਹ ਡਿਨਾਈ ਕਰਦੀ ਹੈ ਤੇ ਡਿਨਾਈਲ ਨੂੰ ਉਹਦਾ ਮੁੱਕਰ ਜਾਣ ਦਾ ਜਿਹੜਾ ਅਮਲ ਹੈਗਾ ਉਹਦਾ ਮੁਕਾਬਲਾ ਕਰਨ ਦਾ ਇਹੀ ਹੁੰਦਾ ਕਿ ਤੁਸੀਂ ਇਸ ਗੱਲ ਨੂੰ ਤਸਲੀਮ ਕਰੋ ਕਿ ਹਾਂ ਇਹ ਹੈ। ਇਸ ਕਰਕੇ ਉਹ ਕਹਿੰਦੀ ਕਿ ਜਿਹੜਾ ਅਸੀਂ ਇਹ ਜੈਨੋਸਾਈਡ ਰਿਮੈਂਬਰੈਂਸ ਡੇ ਮਨਾ ਰਹੇ ਹਾਂ ਤੇ ਜਿਹੜਾ ਮਤਾ ਸਾਡੀ ਸਟੇਟ ਨੇ ਕੀਤਾ ਕਿ ਅਸੀਂ ਹਰ ਸਾਲ ਮਨਾਵਾਂਗੇ, ਇਹਦੀ ਅਹਿਮੀਅਤ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ। ਸੋ ਆਪਣੇ ਕਰਨ ਵਾਲਾ ਕਾਰਜ ਇਹ ਹੈਗਾ ਕਿ ਇਹ ਗੱਲ ਦੁਨੀਆ ਪੱਧਰ ਦੇ ਉੱਪਰ ਸਾਡੇ ਆਪਣੇ ਸਮਝਣ ਦੇ ਲਈ ਇਹ ਘੱਲੂਘਾਰੇ ਦਾ ਹਿੱਸਾ ਸੀ, ਪਰ ਦੁਨੀਆ ਨੂੰ ਦੱਸਣ ਦੇ ਵਾਸਤੇ ਜੋ ਇੱਕ ਕੌਮਾਂਤਰੀ ਜੁਰਮ ਹੈ ਜੈਨੋਸਾਈਡ ਦਾ ਉਹਦੇ ਮੁਤਾਬਕ ਹੈ। ਜਿੰਨੇ ਨੌਜਵਾਨ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਗੱਲ ਕਹੂੰਗਾ ਕਿ ਆਪਾਂ ਨੂੰ ਵੱਧ ਤੋਂ ਵੱਧ ਇਸ ਪੱਖ ਤੋਂ ਇਹਨੂੰ ਪੜ੍ਹਨਾ ਚਾਹੀਦਾ ਔਰ ਸਿਰਫ ਸਰੀਰਕ ਘਾਣ ਵਾਲੀ ਨਸਲਕੁਸ਼ੀ ਜਿਹੜੀ ਆ ਉਹਦੇ ਤੱਕ ਸੀਮਤ ਕਰਕੇ ਨਹੀਂ, ਜਿਹੜੇ ਉਹਦੇ ਸੂਖਮ ਪੱਖ ਨੇ ਜੋ ਇੱਕ ਸਿੱਖ ਸਮਾਜ ਦੀਆਂ ਬੁਨਿਆਦਾਂ ਨੂੰ ਭੰਨਣ ਦਾ ਜਿਹੜਾ ਯਤਨ ਹੈਗਾ ਕਿ ਇਹ ਖੜ੍ਹ ਨਾ ਸਕਣ ਦੁਬਾਰਾ, ਚਾਹੇ ਉਹ ਆਰਥਿਕ ਅਦਾਰਿਆਂ ਨੂੰ ਤਬਾਹ ਕਰਨ ਦਾ ਹੋਵੇ, ਆਰਥਿਕਤਾ ਦੇ ਉੱਪਰ ਹਮਲਾ ਹੋਵੇ, ਚਾਹੇ ਉਹ ਵਿਸ਼ਵਾਸ ਦੇ ਉੱਪਰ ਹਮਲਾ ਹੋਵੇ, ਚਾਹੇ ਉਹ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਦੇ ਕਰੈਕਟਰ ਬਦਲਣ ਦਾ ਸਾਰਾ ਅਮਲ ਹੋਵੇ, ਇਹ ਆਪਣੇ ਆਪ ਦੇ ਵਿੱਚ ਖੋਜ ਦੇ ਵਿਸ਼ੇ ਹੈਗੇ। ਇਹਨਾਂ ਵੱਲ ਆਪਾਂ ਨੂੰ ਅਮਲ ਜਿਹੜਾ ਉਹ ਆਪਣਾ ਅਖਤਿਆਰ ਕਰਨਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ।
ਜੇਕਰ ਸਮਾਂ ਵੱਧ ਘੱਟ ਲਾਇਆ ਗਿਆ ਹੋਵੇ ਜਾਂ ਕੋਈ ਗੱਲ ਜਿਹੜੀ ਆ ਉਹ ਵੱਧ ਘੱਟ ਕਹੀ ਗਈ ਹੋਵੇ, ਉਹਦੇ ਵਾਸਤੇ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।